ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਹੈ। ਔਰ ਨਾਲ ਦੀ ਨਾਲ ਮੈਂ ਦੱਸ ਦੇਵਾਂ ਕਿ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਫੇਸਬੁੱਕ ਤੇ ਤੁਸੀਂ ਸਰਚ ਕਰਨਾ ਵਿਜ਼ਨ ਪੰਜਾਬ ਟੀਵੀ ਕੈਨੇਡਾ, ਨਾਲ ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਨੇ। ਜਿਹੜਾ ਪ੍ਰੋਗਰਾਮ ਅਸੀਂ ਲਾਈਵ ਕਰ ਰਹੇ ਹਾਂ ਉਹ ਵੀ, ਔਰ ਇਸ ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਲਾਈਵ ਹੋਏ ਨੇ ਜਾਂ ਰਿਕਾਰਡਡ ਹੋਏ ਨੇ ਉਹ ਸਾਰੇ ਪ੍ਰੋਗਰਾਮ ਤੁਹਾਨੂੰ ਉੱਥੇ ਮਿਲ ਜਾਣਗੇ। 905 790 9099 ਸਟੂਡੀਓ ਦਾ ਨੰਬਰ ਹੈ। ਕਿਸੇ ਵੀ ਸਵਾਲ ਲਈ ਜਾਂ ਕੋਈ ਸੁਝਾਅ ਲਈ ਜਾਂ ਕੋਈ ਜਾਣਕਾਰੀ ਦੇਣ ਲਈ 905 790 9099 ਇਹੀ ਨੰਬਰ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦਾ ਵਿਜ਼ਨ ਪ੍ਰਾਈਮ ਟਾਈਮ ਪ੍ਰੋਗਰਾਮ ਦਾ ਅਸੀਂ ਇੱਕ ਗ੍ਰਾਫ ਬਣਾਇਆ ਹੋਇਆ ਕਿ ਮੰਡੇ ਟਿਊਜ਼ਡੇ ਅਸੀਂ ਕੁਛ ਇਸ ਤਰ੍ਹਾਂ ਦੇ ਇਸ਼ੂ ਲੈ ਕੇ ਆਈਏ ਜਿਹੜੇ ਕਿ ਦੇਸ਼ ਦੁਨੀਆ ਸੰਸਾਰ ਭਰ ਜਾਂ ਲੋਕਲ ਜਿਹੜੇ ਸਾਡੇ ਮੁੱਦੇ ਨੇ ਉਹਨਾਂ ਉੱਪਰ। ਪਰ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੋਸ਼ਿਸ਼ ਇਹ ਵੀ ਜਾਰੀ ਰੱਖਾਂਗੇ ਅੱਗੇ ਤੋਂ ਵੀ ਕਿ ਸਾਹਿਤ, ਸੱਭਿਆਚਾਰ ਅਤੇ ਮਨੋਰੰਜਨ ਨਾਲ ਭਰਪੂਰ ਇਸ ਦੀਆਂ ਜਿਹੜੀਆਂ ਕੁਝ ਵੰਨਗੀਆਂ ਨੇ ਤੁਹਾਡੀ ਨਜ਼ਰ ਅਸੀਂ ਕਰਦੇ ਜਾਈਏ। ਸੋ ਅੱਜ ਅਜਿਹੀ ਇੱਕ ਵੰਨਗੀ ਕਹਿ ਲਓ ਜਾਂ ਇਹ ਕਹਿ ਲਓ ਕਿ ਵੀ ਇੱਕ ਸਾਡੇ ਲੋਕ ਰਵਾਇਤਾਂ ਦੀ ਇੱਕ ਬਹੁਤ ਵੱਡੀ ਲੋੜ ਹੁੰਦੀ ਹੈ, ਲੋਕ ਗੀਤ। ਹੁਣ ਲੋਕ ਗੀਤਾਂ ਦਾ ਬਹੁਤ ਵੱਡਾ ਦਾਇਰਾ ਹੈ, ਲੇਕਿਨ ਲੋਕ ਗੀਤਾਂ ਦੇ ਦਾਇਰੇ ਦੇ ਵਿੱਚੋਂ ਅੱਜ ਜੋ ਅਸੀਂ ਚਰਚਾ ਕਰ ਰਹੇ ਹਾਂ ਉਹ ਹੈ ਲੋਕ ਗੀਤਾਂ ਵਿੱਚ ਨਾਰੀ ਜਾਂ ਔਰਤ ਦੀ ਸੰਵੇਦਨਾ ਤੋਂ ਭਾਵ ਵੇਦਨਾ ਤੇ ਸੰਵੇਦਨਾ, ਉਹਦੇ ਬਾਰੇ ਅੱਜ ਅਸੀਂ ਜਿਹੜੀ ਚਰਚਾ ਕਰਾਂਗੇ ਕਿ ਕਿਸ ਕਿਸਮ ਦਾ ਨਾਰੀ ਦਾ, ਔਰਤ ਦਾ ਇੱਕ ਮਾਡਲ ਜਾਂ ਇਹ ਕਹਿ ਲਓ ਕਿ ਉਸ ਤਰ੍ਹਾਂ ਦਾ ਕਿਰਦਾਰ ਕਿਵੇਂ ਦੇਖਿਆ ਜਾਂਦਾ ਹੈ ਉਹ ਲੋਕ ਗੀਤਾਂ ਦੇ ਵਿੱਚ, ਉਹਨਾਂ ਉੱਪਰ ਚਰਚਾ ਕਰਾਂਗੇ। ਇੱਕ ਹੋਰ ਜਿਹੜਾ ਜ਼ਿਹਨ ਦੇ ਵਿੱਚ ਇੱਕ ਪਹਿਲੂ ਉਹ ਆ ਰਿਹਾ ਕਿ ਵੀ ਪਹਿਲੇ ਸਮੇਂ ਦੇ ਜਿਹੜੇ ਲੋਕ ਗੀਤ ਆ ਉਦੋਂ ਦੀ ਨਾਰੀ ਤੇ ਅੱਜ ਦੇ ਜਿਹੜੇ ਗੀਤ ਹੈ, ਮੈਂ ਲੋਕ ਗੀਤ ਨਹੀਂ ਕਹਿ ਰਿਹਾ, ਗੀਤ, ਉਹਨਾਂ ਦੀ ਔਰਤ ਦਾ ਕਿੰਨਾ ਕੁ ਫਰਕ ਹੈ। ਤੇ ਇੱਕ ਹੋਰ ਜਿਹੜਾ ਪੁਆਇੰਟ ਉਹ ਵੀ ਹੈ ਕਿ ਕੀ ਔਰਤ ਦੀ ਦੁਸ਼ਮਣ ਹੈ, ਉਹਦੇ ਬਾਰੇ ਵੀ ਚਰਚਾ ਕਰਾਂਗੇ ਆਪਾਂ। ਸੋ ਅਜਿਹੇ ਅੱਜ ਮੁੱਦੇ ਲੈ ਕੇ ਤੁਹਾਡੀ ਨਜ਼ਰ ਅਸੀਂ ਆਏ ਹਾਂ। ਔਰ 905 790 9099 ਸਟੂਡੀਓ ਦਾ ਨੰਬਰ ਹੈ। ਕੋਈ ਸਵਾਲ ਕਰਨਾ ਚਾਹੁੰਦੇ ਆ, ਸੁਝਾਅ ਦੇਣਾ ਚਾਹੁੰਦੇ ਆ, ਇਹੀ ਨੰਬਰ ਤੁਸੀਂ ਡਾਇਲ ਕਰਨਾ ਹੈ। ਸਕਰੀਨ ਉੱਪਰ ਵੀ ਫਲੈਸ਼ ਹੋ ਰਿਹਾ। ਸੋ ਅੱਜ ਇਸ ਸਾਰੇ ਮੁੱਦੇ ਉੱਪਰ, ਇਸ ਗ੍ਰਾਫ ਦੇ ਉੱਪਰ ਚਰਚਾ ਕਰਨ ਦੇ ਲਈ ਅੱਜ ਨਾਲ ਸਾਡੇ ਆਏ ਨੇ ਜਤਿੰਦਰ ਕੌਰ ਰੰਧਾਵਾ ਜੀ, ਜੋ ਕਿ ਪਿੱਛੋਂ ਪੰਜਾਬ ਤੋਂ ਡਾਕਟਰੇਟ ਨੇ, PhD ਨੇ ਲੋਕ ਗੀਤਾਂ ਦੇ ਨਾਲ ਸੰਬੰਧਿਤ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾਂ ਮੇਰੀ ਖੁਸ਼ਨਸੀਬੀ ਹੈ ਕਿ ਆਪਾਂ ਇਸ ਟੌਪਿਕ ਤੇ ਅੱਜ ਗੱਲ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਟਾਈਮ ਕੱਢਿਆ। ਔਰ ਜਿਵੇਂ ਮੈਂ ਦੱਸ ਚੁੱਕਿਆ ਦਰਸ਼ਕਾਂ ਨੂੰ ਕਿ ਤੁਹਾਡੀ ਆਪਣੀ PhD, ਇੱਕ ਡਾਕਟਰੇਟ ਇਸ ਦੇ ਉੱਪਰ ਪੂਰੀ ਰਿਸਰਚ ਹੈ ਕਿ ਲੋਕ ਗੀਤਾਂ ਵਿੱਚ ਜਿਹੜੀ ਨਾਰੀ ਦਾ ਇੱਕ ਰੂਪ ਹੈ, ਨਾਰੀ ਦੀ ਵੇਦਨਾ ਸੰਵੇਦਨਾ ਕਿਸ ਰੂਪ ਦੀ ਹੈ। ਪਰ ਮੈਂ ਮੈਡਮ ਉਹ ਇੱਕ ਹੋਰ ਚੀਜ਼ ਵਿੱਚ ਐਡ ਕੀਤੀ ਹੈ ਕਿ ਉਸ ਸਮੇਂ ਦੇ ਲੋਕ ਗੀਤ ਜਿਨ੍ਹਾਂ ਨੂੰ ਆਪਾਂ ਲੋਕ ਗੀਤ ਕਿਹਾ ਕਰਦੇ ਸੀ, ਅੱਜ ਦੇ ਗੀਤ ਲੋਕ ਗੀਤ ਨਹੀਂ ਕਹਿ ਸਕਦੇ। ਅੱਜ ਦੇ ਗੀਤਾਂ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਤੇ ਅੱਜ ਦੀ ਨਾਰੀ ਦਾ ਕਿਸ ਤਰ੍ਹਾਂ ਦਾ ਮਾਡਲ, ਕਿਸ ਤਰ੍ਹਾਂ ਦਾ ਸੰਕਲਪ ਜਿਹੜਾ ਨਜ਼ਰ ਆ ਰਿਹਾ, ਉਹਦੇ ਉੱਪਰ ਚਰਚਾ ਕਰਾਂਗੇ। ਮੈਂ ਤੁਹਾਡੇ ਬਾਰੇ ਥੋੜੀ ਜਿਹੀ ਸੰਖੇਪ ਜਾਣਕਾਰੀ ਜਾਣਨਾ ਵੀ ਚਾਹੁੰਦਾ ਤੇ ਦਰਸ਼ਕਾਂ ਨੂੰ ਜਣਾਉਣਾ ਵੀ ਚਾਹੁੰਦਾ। ਜੀ ਜ਼ਰੂਰ। ਮੈਂ ਹਰਿਆਣਾ ਦੀ ਜੰਪਲ ਕਹਿ ਵੀ ਸਕਦੀ ਹਾਂ ਔਰ ਨਹੀਂ ਵੀ ਕਹਿ ਸਕਦੀ ਕਿ ਮੇਰੇ ਫਾਦਰ ਜਿਹੜੇ ਨੇ ਉਹ ਅੰਮ੍ਰਿਤਸਰ ਡਿਸਟ੍ਰਿਕਟ ਪੰਜਾਬ ਤੋਂ ਨੇ ਐਂਡ ਉਹ ਆਰਮੀ 'ਚ ਸੀਗੇ ਤੇ ਅਸੀਂ ਜਗ੍ਹਾ ਜਗ੍ਹਾ ਇੰਡੀਆ ਦੇ ਸਾਰੇ ਹਿੱਸਿਆਂ ਦੇ ਵਿੱਚ ਵਿਚਰੇ ਹਾਂ ਤੇ ਸਭ ਕੁਝ ਕਾਫੀ ਦੇਖਿਆ ਆ। ਫਿਰ ਜਿਹੜੀ ਦੂਜੀ ਐਜੂਕੇਸ਼ਨ ਸਟਾਰਟ ਹੋਈ ਹੈ ਕਾਲਜ ਦੀ, ਯੂਨੀਵਰਸਿਟੀ ਦੀ, ਉਹ ਹਰਿਆਣਾ ਤੋਂ ਹੋਈ ਹੈ ਕਿ ਅਸੀਂ ਬਾਅਦ 'ਚ ਹਰਿਆਣਾ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕਰਮਵਾਰ BA, MA, MPhil ਔਰ PhD, B.Ed ਇਹ ਸਾਰੀ ਕੁਆਲੀਫਿਕੇਸ਼ਨ ਜਿਹੜੀ ਮੇਰੀ ਲਗਾਤਾਰ ਹੈ ਉਹ ਹਰਿਆਣਾ ਤੋਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹੈ। ਤੇ ਉਦੋਂ ਜਦੋਂ ਅਸੀਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ, B.Ed ਤੱਕ ਜਨਰਲ ਸਟੱਡੀ ਰਹੀ। ਉਹਦੇ ਬਾਅਦ ਜਿਹੜੀ ਹਰਿਆਣਾ ਦੇ ਵਿੱਚ ਦੂਜੀ ਭਾਸ਼ਾ ਆ ਉਹ ਪੰਜਾਬੀ ਬਣਨ ਜਾ ਰਹੀ ਸੀ, ਜਿਨ੍ਹਾਂ ਦਿਨਾਂ 'ਚ ਅਸੀਂ ਮਾਸਟਰਸ ਪੰਜਾਬੀ ਕੀਤੀ ਤੇ ਕਾਫੀ ਸਕੋਪ ਨਜ਼ਰ ਆ ਰਿਹਾ ਸੀ ਪੰਜਾਬੀ ਦਾ। ਔਰ
ਅਸੀਂ ਸਾਰੇ ਜਿਵੇਂ ਚਾਹੁੰਦੇ ਹੀ ਹਾਂ ਕਿ ਆਪਣੀ ਬੋਲੀ ਦਾ, ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਹੋਵੇ ਔਰ ਉਹ 'ਚ ਰੁਜ਼ਗਾਰ ਦੇ ਚਾਂਸਸ ਵੀ ਬਣ ਗਏ ਸੀਗੇ, ਕਿਉਂਕਿ ਕੋਈ ਵੀ ਬੋਲੀ ਆਪਾਂ ਸਮਝਦੇ ਕਿ ਉੱਨਤੀ ਉਦੋਂ ਹੀ ਕਰਦੀ ਹੈ ਜਦੋਂ ਉਸ 'ਚ ਰੁਜ਼ਗਾਰ ਨਾਲ ਵੀ ਜੁੜ ਜਾਵੇ, ਜਦੋਂ ਰੁਜ਼ਗਾਰ ਦੀ ਭਾਸ਼ਾ ਬਣ ਜਾਵੇ। ਬਿਲਕੁਲ ਬਿਲਕੁਲ। ਫਿਰ ਅਸੀਂ ਉਹਨੂੰ ਮਾਸਟਰਸ ਪੰਜਾਬੀ ਦੇ ਵਿੱਚ ਕੀਤਾ, ਫਿਰ ਉਹਦੇ 'ਚ ਜਿਵੇਂ ਪੜ੍ਹਨ ਦਾ ਚਾਅ ਜਿਹੜਾ ਆ ਉਹ ਬਣਦਾ ਗਿਆ, ਫਿਰ ਐਮਫਿਲ ਕੀਤੀ, ਫਿਰ ਵਿੱਚੇ ਵਿਆਹ ਹੋ ਗਿਆ, ਐਮਫਿਲ ਤੋਂ ਪਹਿਲਾਂ ਹੀ ਮਾਸਟਰਸ ਕਰਦੇ ਆ, ਪਰ ਮੈਂ ਕੰਟੀਨਿਊਸਲੀ ਜੁੜੀ ਰਹੀ ਆਫਟਰ ਮੈਰਿਜ, ਬੱਚਿਆਂ ਦੇ ਨਾਲ ਹੀ ਐਮਫਿਲ, ਫਿਰ ਮੈਂ ਪੀਐਚਡੀ। ਤਾਂ ਅਸੀਂ ਐਵੇਂ ਉਹਨੂੰ ਮੈਂ ਕੰਟੀਨਿਊਸਲੀ ਕਰਦੀ ਰਹੀ ਤੇ ਉਹਦੇ ਪੜ੍ਹਦਿਆਂ ਜਿਹੜੇ ਡਾਕਟਰ ਕਰਮਜੀਤ ਦਜਨਾ ਦੀ ਮੈਂ ਸਟੂਡੈਂਟ ਹਾਂ ਪੀਐਚਡੀ ਤੇ ਐਮਫਿਲ, ਉਹ ਲੋਕ ਗੀਤਾਂ ਤੇ ਉਹਨਾਂ ਨੇ ਬਹੁਤ ਕੰਮ ਕੀਤਾ। ਉਹ ਲੋਕ ਗੀਤ ਕਹਿੰਦੇ ਜਦੋਂ ਛੋਟੇ ਸੀ, ਜਦੋਂ ਉਹਨੇ ਯੰਗ ਸੀਗੇ, ਜੇ ਬਣਾਉਣ ਲੱਗੇ ਸੀ ਜਾਂ ਉਦੋਂ ਵੀ ਪਹਿਲਾਂ, ਤੇ ਉਹ ਪਿੰਡ ਜਾ ਕੇ ਘਰ ਘਰ ਜਾ ਕੇ ਲੋਕ ਗੀਤਾਂ ਨੂੰ ਇਕੱਠੇ ਕਰਦੇ ਸੀਗੇ। ਇਹ ਬੜਾ ਸਖਤ ਸਫ਼ਰ ਸੀਗਾ ਉਹਨਾਂ ਦਾ, ਵੀ ਕਿਵੇਂ ਔਰਤਾਂ 'ਚ ਬਹਿ ਕੇ ਉਹਨਾਂ ਦੇ ਗੀਤ ਸੁਣਨੇ, ਫਿਰ ਉਹਨੂੰ ਇਕੱਠਾ ਕਰਨਾ। ਅੱਜ ਵਾਂਗੂ ਇੰਟਰਨੈਟ ਇੰਨਾ ਜ਼ਿਆਦਾ ਨਹੀਂ ਸੀਗਾ ਕਿ ਤੁਸੀਂ ਫੋਨ ਲੈ ਰਿਕਾਰਡ ਕਰ ਲਿਆ ਔਰ ਸਾਰਾ ਕੁਝ ਕਰ ਲਿਆ। ਅੱਜ ਕੱਲ ਤਾਂ ਜਿਵੇਂ ਐਨਸਾਈਕਲੋਪੀਡੀਆ ਆ ਗਿਆ, ਜੋ ਵੀ ਚੀਜ਼ ਚਾਹੀਦੀ ਤੁਸੀਂ ਸਰਚ ਕਰੋ, ਗੂਗਲ ਤੇ ਸਰਚ ਕਰੋ, ਪੰਜਾਬੀ ਐਨਸਾਈਕਲੋਪੀਡੀਆ ਵੀ ਹੈ, ਪਰ ਉਸ ਸਮੇਂ ਸ਼ਾਇਦ ਇਹਨਾਂ ਸਾਧਨਾਂ ਦੀ ਬਹੁਤ ਘਾਟ ਸੀ, ਉਦੋਂ ਨਹੀਂ ਸੀਗਾ। ਔਰ ਇਹ ਹੁਣ ਕਿੰਨਾ, ਉਹ ਮੇਰੇ ਪ੍ਰੋਫੈਸਰ ਨੇ ਮੇਥੋਂ ਕਿਥੇ, ਉਹ ਵੱਡੇ ਨੇ, ਮੈਂ ਹੁਣ ਦੀ ਜਨਰੇਸ਼ਨ ਤੋਂ ਜਿਵੇਂ ਥੋੜਾ ਆਇਆ, ਤੇ ਕਾਫੀ ਟਾਈਮ ਪਹਿਲਾਂ ਦੀ ਗੱਲਾਂ ਨੇ ਇਹ, 1987-88 ਦੀ ਗੱਲ ਹੈ ਜਦੋਂ ਮੈਂ ਐਮਏ ਕਰਨੀ ਸ਼ੁਰੂ ਕੀਤੀ ਹੈ, 88 ਦੀ ਗੱਲ ਹੋਣੀ ਆ। ਤਾਂ ਫਿਰ ਉਦੋਂ ਉਹਨਾਂ ਨੇ ਜਾ ਕੇ ਰਿਕਾਰਡਿੰਗ ਕਰਨੀ ਆ, ਉਹ ਕਰਨੀ ਆ, ਤੇ ਉਹਨਾਂ ਦਾ ਝੁਕਾਅ ਉਧਰ ਸੀਗਾ, ਤੇ ਮੈਂ ਉਸ ਟਾਈਮ ਪੀਐਚਡੀ ਕਰਨ ਲੱਗਿਆ। ਤੇ ਉਹ ਜਿਵੇਂ ਆਪਣੇ ਪ੍ਰੋਫੈਸਰ ਤੋਂ ਪ੍ਰਭਾਵਿਤ ਹੁੰਦੇ ਹੀ ਆ ਤੁਸੀਂ, ਵੀ ਜਿਹਨੂੰ ਤੁਸੀਂ ਬਹੁਤ ਪਸੰਦ ਕਰਦੇ ਆ, ਇਹ ਤੁਹਾਡਾ ਬਹੁਤ ਹੈਲਪਫੁਲ ਹੁੰਦਾ, ਇੱਕ ਮੈਂਟੋਰ ਹੁੰਦਾ ਹੈ ਤੁਹਾਨੂੰ। ਤੇ ਉਦੋਂ ਉਹਦੇ ਬਾਅਦ ਮੇਰਾ ਲੋਕ ਗੀਤਾਂ 'ਚ ਇੰਟਰਸਟ ਪੈਦਾ ਹੋਇਆ, ਤੇ ਫਿਰ ਮੈਂ ਲੋਕ ਗੀਤਾਂ ਦੇ ਵਿੱਚ, ਫਿਰ ਮੈਂ ਕਿਹਾ ਵੀ ਟੌਪਿਕ ਤੇ ਲੋਕ ਗੀਤ ਹੈ, ਪਰ ਮੈਂ ਵਿੱਚੋਂ ਕੁਝ ਲੱਭਣਾ ਹੈ। ਮੇਰਾ ਸ਼ੁਰੂ ਤੋਂ ਮਤਲਬ ਔਰਤਾਂ, ਮੈਂ ਚਾਹੁੰਦੀ ਸੀ ਕਿ ਔਰਤ ਦੀ ਗੱਲ ਕਰਾਂ, ਮੈਂ ਦੂਜੇ ਉਹ ਵੀ ਛੇੜ ਰਹੇ ਆ, ਇਸ਼ੂਜ਼ ਵੀ ਚੱਕੇ ਆ, ਆਉਂਦੇ ਜਿਵੇਂ ਜ਼ਿੰਦਗੀ ਵੱਧਦੀ ਗਈ, ਵੱਖਰਾ ਐਕਸਪੀਰੀਅੰਸ ਲਾਈਫ 'ਚ ਹੋਇਆ, ਤੇ ਮੈਂ ਉਹਨਾਂ ਵਿਸ਼ਿਆਂ ਦੀ, ਉਹਨਾਂ ਇਸ਼ੂਜ਼ ਦੀ ਵੀ ਗੱਲ ਕੀਤੀ। ਪਰ ਮੈਂ ਉਦੋਂ ਫਿਰ ਲੋਕ ਗੀਤਾਂ ਦੇ ਉੱਪਰ। ਤੁਸੀਂ ਪੀਐਚਡੀ ਕਰਨ ਤੋਂ ਬਾਅਦ ਫਿਰ ਤੁਸੀਂ ਕੁਝ ਟਾਈਮ ਉੱਥੇ ਐਜ਼ ਏ ਅਧਿਆਪਕ ਵੀ ਤੁਸੀਂ ਉੱਥੇ ਪੜ੍ਹਾਇਆ ਕਿਸੇ ਕਾਲਜ ਦੇ ਵਿੱਚ, ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਆ, ਤਾਂ ਕੈਨੇਡਾ ਦੇ ਵਿੱਚ ਵੀ ਤੁਸੀਂ ਇੱਕ ਐਜ਼ ਏ ਟੀਚਰ, ਇੱਕ ਅਧਿਆਪਕ ਤੁਸੀਂ ਸਕੂਲ ਦੇ ਵਿੱਚ ਪੜ੍ਹਾ ਰਹੇ ਹੋ। ਸੋ ਕਿਸ ਤਰ੍ਹਾਂ ਦਾ, ਸਿਰਫ 1-2 ਮਿੰਟ ਲਾ ਕੇ ਫਿਰ ਆਪਾਂ ਦੁਬਾਰਾ ਜਿਹੜੀ ਸਾਰੀ ਚਰਚਾ ਸ਼ੁਰੂ ਕਰਾਂਗੇ। ਜੀ ਬਿਲਕੁਲ। ਪਹਿਲਾਂ ਮੈਂ ਦੱਸਿਆ ਕਿ ਮੈਂ ਬੀਐਡ ਪਹਿਲਾਂ ਕੀਤੀ ਸੀਗੀ, ਤੇ ਮੈਂ ਔਰ ਉਹਦੇ ਬਾਅਦ ਮਾਸਟਰਸ ਕਰਕੇ ਵਿਆਹ ਹੋਇਆ, 2-3 ਸਾਲ ਇੱਥੇ ਬਿਜ਼ੀ ਰਹੇ, ਪਰ ਮੈਂ ਜੌਬ ਨਾਲ ਦੀ ਨਾਲ ਸ਼ੁਰੂ ਕਰਤੀ ਸੀ ਐਜ਼ ਏ ਪੰਜਾਬੀ ਲੈਕਚਰਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ। ਸ਼ੁਰੂਆਤ ਕੀਤੀ ਮੈਂ ਫਤਿਹਾਬਾਦ ਤੋਂ। ਉੱਥੇ 2-3 ਸਾਲ ਕੰਮ ਕਰਕੇ ਮੈਨੂੰ ਦਿਲ ਕੀਤਾ ਕਿ ਮੈਂ ਐਮਫਿਲ ਕਰਨੀ ਆ। ਮੇਰੀ ਬੇਟੀ ਵੀ 3 or 4 ਇਅਰਸ ਦੀ ਸੀ ਉਸ ਟਾਈਮ। ਤਾਂ ਮੈਂ ਮੰਨਦੀ ਹੁੰਦੀ ਹਾਂ ਕਿ ਚਲੋ ਹਾਲਾਤ ਬੜੇ ਉਸ ਟਾਈਮ ਸੁਖਾਵੇਂ ਸੀਗੇ ਕਿ ਮੇਰੇ ਪੇਰੈਂਟਸ ਨੇ ਜਾਂ ਮੇਰੇ ਇਨ-ਲॉज ਨੇ ਮੈਨੂੰ ਹੋਰ ਸਪੋਰਟ ਕੀਤਾ ਕਿ ਚੱਲ ਤੂੰ ਹੋਰ ਅੱਗੇ ਪੜ੍ਹ ਲਾ। ਤਾਂ ਮੈਂ ਐਮਫਿਲ ਕਰਨੀ ਸ਼ੁਰੂ ਕਰਤੀ। ਉੱਥੋਂ ਮੈਂ ਔਰ ਨਾਲ ਮੈਂ ਟੀਚਿੰਗ 'ਚ ਰਹੀ। ਟੀਚਿੰਗ ਮੈਂ ਕਦੀ ਛੱਡੀ ਨਹੀਂ। 1 ਸਾਲ ਛੁੱਟੀਆਂ ਲਈਆਂ, 6 ਮਹੀਨੇ ਛੁੱਟੀਆਂ ਲਈਆਂ, ਤਾਂ ਮੈਂ ਕੰਟੀਨਿਊਸਲੀ ਮੈਂ ਉਹਦੇ ਵਿੱਚ ਮੈਂ ਆਪਣੀ ਪੜ੍ਹਾਈ ਨੂੰ ਪਰਸਿਊ ਕਰਦੀ ਰਹੀ। ਤਾਂ ਉਦੋਂ ਜੌਬ ਕਰਦਿਆਂ ਹੋਇਆਂ ਉੱਥੇ ਤਜਰਬਾ ਸਕੂਲ ਟੀਚਿੰਗ ਦਾ ਚੰਗਾ ਹੋ ਗਿਆ ਸੀ ਜਦ ਤੱਕ ਮੈਂ ਐਮਫਿਲ ਜਾਂ ਪੀਐਚਡੀ ਕੀਤੀ ਸੀਗੀ, ਤੇ ਮੇਰਾ ਇਹ ਚੰਗਾ ਉਦੋਂ ਤਜਰਬਾ ਹੋ ਗਿਆ ਸੀ। ਉਹ ਤਜਰਬਾ ਮੇਰਾ ਇੱਥੇ ਬਹੁਤ ਕੰਮ ਆਇਆ, ਕਿਉਂਕਿ ਉੱਥੋਂ ਦੀ ਪੰਜਾਬੀ ਟੀਚਿੰਗ ਕਾਲਜ ਦੀ ਜਾਂ ਲੈਕਚਰਰਸ਼ਿਪ ਜਾਂ ਉਹ ਮੇਰੇ ਇੱਥੇ ਨਹੀਂ ਕੰਮ ਆਈ, ਪਰ ਥੋੜਾ ਟਾਈਮ ਜਿਹੜਾ ਮੈਂ ਸਕੂਲ ਦਾ ਕੀਤਾ ਸੀ, ਮੈਂ ਬੀਐਡ ਕੀਤੀ, ਉਹ ਕੰਮ ਆਈ। ਮਤਲਬ ਹਾਇਰ ਸਟੱਡੀ ਨਹੀਂ ਕੰਮ ਆਈ, ਹਾਂਜੀ, ਜਿਹੜੀ ਕਿ ਉਸ ਤੋਂ ਨੀਚੇ ਪਾਇਦਾਨ ਤੇ ਸੀ ਉਹ ਤੁਹਾਡੇ ਕੰਮ ਆਈ। ਹਾਂ, ਉਹ ਮੇਰੇ ਕੰਮ ਆਈ। ਤੇ ਉਹਦੇ 'ਚ ਮੈਂ ਥੋੜਾ ਜਿਹਾ ਹੋਰ ਯੂਰਪ ਯੂਨੀਵਰਸਿਟੀ ਤੋਂ ਆਪਣੇ ਆਪ ਨੂੰ ਅਪਗ੍ਰੇਡ ਕੀਤਾ, ਕੁਆਲੀਫਿਕੇਸ਼ਨ ਤਾਂ ਇੱਥੇ ਆਪਣੇ ਕੰਮ ਆਈ ਜਾਂਦੀਆਂ ਨੇ ਸੇਮ, ਬਟ ਇੱਥੇ ਕਿਵੇਂ ਪੜਾਉਣਾ ਹੈ, ਸਿਸਟਮ ਕੀ ਹੈ, ਉਹਨੂੰ ਸਮਝਣ ਲਈ ਸਾਨੂੰ ਕੁਝ ਕ੍ਰੈਸ਼ ਕੋਰਸਿਸ ਮਿਲਦੇ ਆ। 1-2 ਸਾਲ ਕੰਟੀਨਿਊਸਲੀ 3-3 ਮਹੀਨਿਆਂ ਦੇ ਕਈ ਕ੍ਰੈਸ਼ ਕੋਰਸ। ਹੁਣ ਐਜ਼ ਅ ਟੀਚਰ ਤੁਸੀਂ ਇੱਥੇ ਪੜ੍ਹਾ? ਐਜ਼ ਅ ਟੀਚਰ ਮੈਂ ਇੱਥੇ ਪੜ੍ਹਾਇਆ। ਸੋ ਮੈਡਮ, ਤੁਸੀਂ ਬਹੁਤ ਸਾਰੀਆਂ ਮਤਲਬ ਜੇ ਆਪਾਂ ਹਾਇਰ ਸਟੱਡੀ ਦੀ ਗੱਲ ਕਰੀਏ, ਜਿਹੜੀ ਉਸ ਤੋਂ ਬਾਅਦ ਜੇ ਪੀਐਚਡੀ ਹੈ, ਡਾਕਟਰੇਟ ਆ, ਤੁਹਾਡੇ ਨਾਮ ਨਾਲ ਡਾਕਟਰ ਲੱਗਦਾ, ਤਾਂ ਉਸ ਤੋਂ ਬਾਅਦ ਦਾ ਜਿਹੜਾ ਕੋਈ ਸਫ਼ਰ ਮੈਨੂੰ ਲੱਗਦਾ ਕੋਈ ਰਹਿ ਨਹੀਂ ਜਾਂਦਾ। ਫਿਰ ਤਾਂ ਤੁਹਾਡੇ ਕੋਲ ਇਹ ਹੁੰਦਾ ਕਿ ਵੀ ਤੁਸੀਂ ਆਪਣੇ ਤਜਰਬਿਆਂ ਦੇ ਵਿੱਚੋਂ ਕੁਝ ਐਸੀਆਂ ਚੀਜ਼ਾਂ ਲੱਭੋ, ਔਰ ਤੁਹਾਡੇ ਕੋਲ ਇੱਕ ਹੋਰ ਮੌਕਾ ਹੁੰਦਾ ਕਿ ਤੁਸੀਂ ਆਪਣੀਆਂ ਤਜਰਬਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੋਈ ਕੌੜੀਆਂ ਮਿੱਠੀਆਂ ਸੱਚਾਈਆਂ ਨੂੰ ਕਿਤਾਬ ਦੇ ਰੂਪ ਦੇ ਵਿੱਚ ਤੁਸੀਂ ਲੋਕਾਂ ਦੇ ਵਿੱਚ ਲੋਕ ਅਰਪਣ ਕਰੋ। ਸੋ ਮੈਂ ਦੇਖ ਰਿਹਾ ਕਿ ਤੁਸੀਂ ਕਿਤਾਬਾਂ ਜਿਹੜੀਆਂ ਲੈ ਕੇ ਆਏ ਆ ਉਹ ਵੀ ਆਪਾਂ ਚਰਚਾ ਕਰਾਂਗੇ, ਪਰ ਮੈਂ ਚਾਹਣਾ ਕਿ ਵੀ ਨਾਲ ਜਿਹੜੀ ਤੁਸੀਂ ਨਾਰੀ ਜਾਂ ਔਰਤ ਬਾਰੇ ਬਹੁਤ ਘੋਖ ਤੁਸੀਂ ਜਿਹੜੀ ਇੱਕ ਰਿਸਰਚ ਕੀਤੀ ਆ, ਉਹ ਵੀ ਲੋਕ ਗੀਤਾਂ ਦੇ ਵਿੱਚ, ਕਿਉਂਕਿ ਲੋਕ ਗੀਤ ਉਹ ਇੱਕ ਸਾਡੀ ਅੰਦਰ ਦੀ ਭੜਾਸ ਹੁੰਦੇ ਆ ਜਿਹਦੇ ਵਿੱਚ ਜਿਵੇਂ ਨੀ ਮੈਂ ਸੱਸ ਕੁੱਟਣੀ ਨਿਮਰ ਘੋਟਣਾ ਲਿਆਵੀਂ, ਹਨਾ, ਮਤਲਬ ਕਹਿਣ ਦਾ ਭਾਵ ਹੈ ਵੀ ਉਹ ਲੋਕ ਗੀਤਾਂ ਵਿੱਚ ਉਹ ਭੜਾਸ ਪਈ ਹੁੰਦੀ ਆ ਔਰਤ ਦੀ, ਜਿਹੜੀ ਕਿ ਉਹ ਕਿਸੇ ਗੀਤ ਰੂਪ ਦੇ ਵਿੱਚ ਬਾਹਰ ਨਿਕਲਦੀ ਸੀ, ਚਾਹੇ ਲੋਕ ਬੋਲੀਆਂ ਹੋਣ, ਜਿਵੇਂ ਆਪਾਂ ਫਿਰ ਉਸ ਤੋਂ ਬਾਅਦ
ਸਿੱਠਣੀਆਂ ਕਹਿ ਲਈਏ, ਬਹੁਤ ਇਹੋ ਜਿਹੀਆਂ ਚੀਜ਼ਾਂ ਨੇ। ਪਰ ਲੋਕ ਗੀਤਾਂ ਉੱਪਰ ਤੁਹਾਡਾ ਜਿਹੜਾ ਬਹੁਤ ਵੱਡਾ ਤਜਰਬਾ ਔਰ ਕੰਮ ਕੀਤਾ ਹੈ। ਤੁਸੀਂ ਕੀ ਸਮਝਦੇ ਹੋ ਅੱਜ ਦੀ ਸਮੇਂ ਦੀ ਜਿਹੜੀ ਔਰਤ ਹੈ ਤੇ ਪਿਛਲੇ ਤੁਹਾਡੇ ਜਿਹੜੇ ਲੋਕ ਗੀਤਾਂ ਦੇ ਵਿੱਚ ਕੀਤੀ ਹੋਈ ਰਿਸਰਚ ਦੇ ਵਿੱਚ ਜਿਹੜੀ ਔਰਤ ਤੁਹਾਨੂੰ ਨਜ਼ਰ ਆ ਰਹੀ ਹੈ, ਕਿੰਨਾ ਕੁ ਫਰਕ ਨਜ਼ਰ ਆ ਰਿਹਾ? ਜੀ ਫਰਕ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੂੰਗੀ ਕਿ ਜਿਹੜੀ ਮੈਂ ਰਿਸਰਚ ਕੀਤੀ ਤੇ ਮੈਨੂੰ ਕੀ ਮਿਲਿਆ, ਕਿਉਂਕਿ ਜਦੋਂ ਅਸੀਂ ਪੜ੍ਹ ਰਹੇ ਹੁੰਦੇ ਆ, ਸਿੱਖ ਰਹੇ ਹੁੰਦੇ ਆ ਸ਼ੁਰੂ ਦੇ 20-22 ਸਾਲ, ਉਦੋਂ ਆਪਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਕਿ ਅਸੀਂ ਕੀ ਕਰ ਰਹੇ ਹਾਂ। ਪਰ ਜਦੋਂ ਮੇਰੀ ਪੜ੍ਹਾਈ ਇੱਕ ਜਿਹੜੀ PhD ਵਾਲੀ ਪੜ੍ਹਾਈ ਹੈ ਜਾਂ ਹਾਇਰ ਜਿਹੜੀ ਮੇਰੀ ਟੀਚਿੰਗ ਲਰਨਿੰਗ ਹੈ, ਉਹ ਮੇਰੀ ਥੋੜੀ ਇੱਕ ਠੀਕ ਮੈਚੁਰ ਏਜ 'ਚ ਹੋਈ ਹੈ। ਆਫਟਰ 25 ਆਈ ਸਟਾਰਟਡ PhD, ਹੈ ਨਾ, ਮੈਂ 25 ਸਾਲਾਂ ਤੋਂ ਬਾਅਦ ਸ਼ੁਰੂ ਕੀਤੀ। ਜਦ ਤੱਕ ਤੁਸੀਂ ਸਹੁਰੇ ਘਰ ਵੀ ਚਲੇ ਗਏ ਤੇ ਕੌੜੇ ਮਿੱਠੇ ਤਜਰਬੇ ਵੀ ਹੋ ਗਏ, ਤੁਹਾਡੀਆਂ ਭਾਵਨਾਵਾਂ ਥੋੜ੍ਹੀਆਂ ਜਿਹੀਆਂ ਟੱਚ ਵੀ ਹੋਈਆਂ ਅਲੱਗ-ਅਲੱਗ ਫੀਲਡ ਵਿੱਚ ਜਾ ਕੇ, ਤਾਂ ਮੈਨੂੰ ਲੱਗਦਾ ਮੈਨੂੰ ਜ਼ਿਆਦਾ ਸਮਝ ਆਉਣ ਲੱਗ ਪਈ। ਉਹ ਕਹਿਣ ਦਾ ਮਤਲਬ ਇਹ ਹੋਇਆ ਇੱਕ ਪਾਸੇ ਤਾਂ ਥਿਊਰੀ, ਦੂਜੇ ਪਾਸੇ ਤੁਹਾਡੀ ਜ਼ਿੰਦਗੀ ਦਾ ਪ੍ਰੈਕਟੀਕਲ ਚੱਲ ਰਿਹਾ। ਹਾਂਜੀ, ਔਰ ਇਹ ਸਿਰਫ ਔਰ ਕੁਦਰਤੀ ਗੱਲ ਕਿ ਜਦੋਂ ਮੈਂ ਇਹ ਸ਼ੁਰੂ ਕੀਤਾ ਹੌਲੀ-ਹੌਲੀ MPhil ਫਿਰ PhD, ਔਰ ਮੇਰੇ 4 ਸਾਲ ਬੜੇ ਸਖਤ ਵੀ ਸੀਗੇ ਆਪਣੀ ਨਿੱਜੀ ਲਾਈਫ ਦੇ ਵਿੱਚ ਵੀ ਜਦੋਂ ਮੈਂ PhD ਕਰ ਲਈ। ਔਰ ਮੈਂ ਸੋਚਦੀ ਹਾਂ ਕਿ ਮੇਰੀ ਸੰਜੀਵਨੀ ਬੂਟੀ ਵੀ ਰਹੀ ਕਿ ਜਦੋਂ ਮੈਂ ਕਿਤੇ ਬਹੁਤ ਸਟ੍ਰੈਸ 'ਚ ਵੀ ਜਾ ਸਕਦੀ ਸੀਗੀ, ਪਰ ਮੈਂ ਉਦੋਂ ਚੁਣਨਾ ਤੇ ਪੜ੍ਹਨਾ ਤੇ ਰਿਸਰਚ ਕਰਨਾ ਚੂਜ਼ ਕੀਤਾ ਕਿ ਮੈਂ ਉਹ ਕਰ ਰਹੀ ਹਾਂ। ਤੇ ਉਦੋਂ ਮੈਨੂੰ ਪਤਾ ਲੱਗਿਆ ਕਿ ਅੱਜ ਦੀ ਔਰਤ ਜਿਹੜੀ ਹੁਣ ਖਾਸ ਕਰਕੇ ਕੈਨੇਡਾ ਦੀ ਔਰਤ ਟੋਟਲੀ ਡਿਫਰੈਂਟ ਮਾਹੌਲ ਆ, ਇੰਡੀਆ ਦੀ ਔਰਤ ਵੀ ਬਹੁਤ ਆਜ਼ਾਦ ਹੋ ਚੁੱਕੀ ਆ। ਔਰ ਜਦੋਂ ਦੀ ਮੈਂ ਔਰਤਾਂ ਦੀ ਰਿਸਰਚ ਕੀਤੀ, ਉਹ ਔਰਤ ਖੁੱਲ ਕੇ ਗੱਲ ਨਹੀਂ ਸੀ ਕਰ ਸਕਦੀ, ਭਾਵੇਂ ਉਹ ਖੁਸ਼ੀ ਦੇ ਪਲ ਨੇ, ਭਾਵੇਂ ਉਹ ਵਿਸਾਦ ਦੇ ਪਲ ਨੇ, ਭਾਵੇਂ ਦੁੱਖ ਦੇ ਨੇ, ਭਾਵੇਂ ਕੋਈ ਵੀ ਗੱਲ ਆ, ਜਦੋਂ ਖੁੱਲ ਕੇ ਨਹੀਂ ਕਹਿੰਦੀ ਸੀ ਤੇ ਉਹ ਜਿਹੜੀ ਆਪਣੀ ਪੀੜ ਆ, ਨਿੱਜ ਪੀੜ ਆ, ਉਹਨੂੰ ਲੋਕ ਪੀੜ ਬਣਾ ਕੇ ਪੇਸ਼ ਕਰਦੀ ਸੀ। ਵੀ ਜਿਹੜੀ ਉਹਦੀ ਆਪਣਾ ਕਹਿਣਾ ਚਾਹੁੰਦੀ ਹੈ, ਉਹ ਆਪਦਾ ਨਾਮ ਲੈ ਕੇ ਉਹਨੂੰ ਇੰਨੀ ਖੁੱਲ੍ਹ ਨਹੀਂ ਸੀਗੀ, ਤੇ ਉਹ ਇੱਕ ਗੀਤ ਦੇ ਰੂਪ 'ਚ ਕਦੀ ਗਾਉਂਦੀ, ਕਦੇ ਕਿਸੇ ਹੋਰ ਦਾ ਨਾਮ ਲੈ ਕੇ ਉਹਨੂੰ ਉਸ ਪੀੜ ਨੂੰ ਬਿਆਨ ਕਰ ਦਿੰਦੀ, ਤੇ ਕਦੇ ਉਹਨੂੰ ਸੋਗਮਈ ਗੀਤਾਂ 'ਚ, ਕਦੇ ਵੈਣਾ 'ਚ। ਤੁਸੀਂ ਸਿੱਠਣੀਆਂ ਕਰੇ ਆ ਵੀ ਲੋਕ ਗੀਤ ਦੇ ਬਹੁਤ ਵੱਡਾ ਪਸਾਰਾ ਆ, ਬਹੁਤ ਸਾਰੇ ਰੂਪ ਨੇ। ਇੱਕ ਛੋਟੇ ਜਿਹੇ ਇੱਕ ਚਾਅ ਚੋਂ ਸ਼ੁਰੂ ਹੋਇਆ। ਕੁਝ ਕਹਿੰਦੇ ਵੀ ਚਾਅ ਵਾਲੇ ਗੀਤ ਹੀ ਸ਼ਾਇਦ ਉਹ ਨੇ, ਆਪਣਾ ਜਿਹੜਾ ਅੱਜ ਦਾ ਸਮਾਂ ਹੈ ਉਹ ਬਹੁਤ ਚਾਅ ਵਾਲੇ ਗੀਤਾਂ ਨੂੰ, ਭੰਗੜਾ, ਇਹ ਚੀਜ਼ਾਂ ਨੂੰ ਜ਼ਿਆਦਾ ਜਾਣਦਾ ਆ, ਪਰ ਉਹਦੇ ਪਿੱਛੇ ਕਿੰਨੀ ਵਿਰਾਸਤ ਆ। ਹੁਣ ਉਹ ਸੋਗ ਵਾਲੇ ਗੀਤ ਵੀ ਨੇ, ਉਹ ਵੈਣ ਵੀ ਨੇ, ਉਹ ਦਿਲ ਦੀ ਪੀੜ ਵੀ ਹੈ। ਤਾਂ ਮੈਂ ਕਿਹਾ ਜੇ ਮੈਂ ਔਰਤ ਆ, ਉਸ ਜਿਸ ਸਮੇਂ ਮੈਂ ਵੀ ਆਪ ਥੋੜੀ ਉਹ ਜਿਹੀ ਮਹਿਸੂਸ ਕਰ ਰਹੀ ਸੀ ਇਸ ਪੀੜ ਨੂੰ, ਤਾਂ ਮੈਂ ਇਹ ਚੁਣਿਆ ਕਿ ਮੈਂ ਨਾਰੀ ਸੰਵੇਦਨਾ ਹੀ ਚੱਕਣੀ ਆ। ਠੀਕ ਹੈ, ਕਿ ਉਹ ਫੀਲ ਕੀ ਕਰਦੀ ਹੈ ਤੇ ਉਹ ਕਿਵੇਂ ਦੱਸਦੀ ਹੈ। ਫਿਰ ਮੈਂ ਜਦੋਂ ਪੜ੍ਹਨਾ ਸ਼ੁਰੂ ਕੀਤਾ ਤੇ ਉਹਨੂੰ ਮੈਂ ਦੇਖਿਆ ਕਿ ਜਦੋਂ ਈਵਨ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਉਦੋਂ ਵੀ ਉੱਥੇ ਵੀ ਇਹ ਪੀੜ ਸੀਗੀ। ਮੈਂ ਬਹੁਤ ਸੁਮਨ ਦੇਵਾਰ ਜਿਹੜੀ ਆ ਲੇਡੀ ਜਿਹੜੀ ਹੈਗੀ ਆ ਕਿ ਜਿਹੜੇ ਨਾਰੀ ਦੇ ਬਾਰੇ, ਫੈਮਿਨਿਜ਼ਮ ਦੇ ਬਾਰੇ ਬਹੁਤ ਲਿਖਿਆ, ਉਹਨੂੰ ਬਹੁਤ ਪੜ੍ਹਿਆ। ਹੋਰ ਚੰਗੀਆਂ ਵਿਮਨ ਰਾਈਟਰਸ ਨੂੰ ਪੜ੍ਹਿਆ, ਪੈਰਲਲ ਸਟੱਡੀ ਕੀਤੀ ਲੋਕ ਗੀਤਾਂ ਨਾਲ ਔਰ ਮਾਡਰਨ ਜਿਹੜਾ ਲਿਟਰੇਚਰ ਸੀਗਾ। ਔਰ ਜਿੱਥੇ ਤਕਲੀਫਾਂ ਸੀ, ਕਹਿਣ ਨੂੰ ਆਪਾਂ ਨੂੰ ਬਹੁਤ ਕੁਝ ਆਜ਼ਾਦ ਵੀ ਲੱਗਦਾ ਹੈ, ਪਰ ਬਹੁਤ ਕੁਝ ਲੁਕਿਆ ਵੀ ਹੋਇਆ ਤੇ ਉਹ ਜਿਹੜੀ ਉਹ ਪੀੜ ਬਿਆਨ ਕਰਦੀ ਸੀਗੀ ਇੱਥੇ ਇਹਨਾਂ ਕੰਟਰੀਜ਼ 'ਚ ਕੀ ਹੋ ਰਿਹਾ ਹੈ, ਭਾਵੇਂ ਉਹ ਰਾਜਨੀਤਿਕ ਪੱਧਰ ਤੇ ਹੋਵੇ, ਸੋਸ਼ਲ ਪੱਧਰ ਤੇ ਹੋਵੇ, ਜਾਂ ਬੱਚਿਆਂ ਨਾਲ। ਅਜੇ ਵੀ ਤੁਸੀਂ ਕਦੀ ਜਾਓ ਨਾ, ਇੱਧਰ ਮੈਂ UNO ਵਿੱਚ ਗੱਲ ਕਰਨ ਲੱਗੀ ਹਾਂ, ਯੂਨਾਈਟਿਡ ਨੇਸ਼ਨ ਦੀ ਮੈਂ ਉਹਦੀ ਮੈਂਬਰ ਹਾਂ। ਜਦੋਂ ਹਰ ਸਾਲ ਇੰਟਰਨੈਸ਼ਨਲ ਵੂਮਨ ਦੀ ਕਾਨਫਰੰਸ ਹੁੰਦੀ ਹੈ ਨਿਊਯਾਰਕ, ਮੈਂ ਜਾਂਦੀ ਹਾਂ। ਤੁਸੀਂ UNO ਦੇ ਮੈਂਬਰ ਹੋ? ਹਾਂਜੀ, ਉਹਦੇ 'ਚ ਜਾਂਦੀ ਹਾਂ ਮੈਂ। ਔਰਤਾਂ ਨਾਟ UNO ਮੈਂਬਰ ਹੋਵੇ, ਹੋਰ ਮਾਮਲਿਆਂ ਦੇ ਵਿੱਚ ਜਿਹੜੀ ਵਿਮਨ ਕਾਨਫਰੰਸਿਸ ਹੁੰਦੇ ਇੰਪਾਵਰਮੈਂਟ ਤੇ ਔਰਤਾਂ ਦਿਨ ਮਨਾਇਆ ਜਾਂਦਾ ਹੈ, ਉਦੋਂ ਮੈਂ ਮਾਰਚ ਜ਼ਰੂਰ ਜਾਂਦੀ। 4-5 ਸਾਲਾਂ ਤੋਂ ਮੈਂ ਲਗਾਤਾਰ ਜਾ ਰਹੀ ਹਾਂ ਉੱਥੇ। ਮੈਂ ਜਦੋਂ ਦੇਖਦੀ ਹਾਂ ਕਿ ਅਫਰੀਕਾ ਦੀਆਂ, ਨਾਈਜੀਰੀਆ ਦੀਆਂ, ਹੋਰ ਮੁਲਕਾਂ ਦੀਆਂ ਔਰਤਾਂ ਇੰਨੀਆਂ ਗੁਲਾਮ ਨੇ, ਹਲੇ ਵੀ ਉਹ ਪੜ੍ਹ ਨਹੀਂ ਸਕਦੀਆਂ, ਹਲੇ ਵੀ ਉਹ ਸਕੂਲ ਨਹੀਂ ਜਾ ਸਕਦੀਆਂ। 12-13 ਸਾਲ ਦੀ ਉਮਰ ਧੱਕੇ ਨਾਲ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ। ਤੇ ਜਿਹੜੀ ਉਹ ਲੋਕ ਪੀੜ ਹੈ, ਉਹ ਪੀੜ ਨੂੰ ਚੁਣਨ ਦਾ ਮੈਂ ਆਪਣਾ ਇੱਕ ਲਕਸ਼ ਕੀਤਾ ਕਿ ਮੈਂ ਇਹਨੂੰ ਜਾਣਨਾ ਆ ਕਿ ਪੁਰਾਣੇ ਜ਼ਮਾਨੇ 'ਚ ਔਰਤ ਦੀਆਂ ਤਕਲੀਫਾਂ ਕੀ ਸੀ, ਉਹਨੂੰ ਕਿਵੇਂ ਬਿਆਨ ਕਰਦੀ ਸੀ। ਫਿਰ ਆਪ ਉਸ ਸਮੇਂ ਦੀਆਂ ਤਾਂ ਮੈਨੂੰ ਪਤਾ ਹੀ ਸੀ, ਮਾਡਰਨ ਸਮੇਂ ਦੀਆਂ 20ਵੀਂ ਸਦੀ ਦੀਆਂ ਤਕਲੀਫਾਂ ਤਾਂ ਮੇਰੇ ਸਾਹਮਣੇ ਹੀ ਸੀਗੀਆਂ। ਉਦੋਂ ਪਹਿਲਾਂ ਕੀ ਨੇ, ਉਹਨੂੰ ਪੜ੍ਹਿਆ, ਉਹਨੂੰ ਵਾਚਿਆ, ਉਹਦੀਆਂ ਖੁਸ਼ੀਆਂ, ਜਿਹੜਾ ਪ੍ਰਾਪਤ ਨਹੀਂ ਹੈ, ਪ੍ਰਾਪਤ ਤੋਂ ਅਪ੍ਰਾਪਤ ਵੱਲ ਜਿਹੜਾ ਸਫ਼ਰ ਆ, ਉਹਨੂੰ ਕਿਵੇਂ ਚੱਲਦੀ ਆ, ਉਹ ਕਿਵੇਂ ਸਹਿੰਦੀ ਆ, ਉਹ ਕਿਵੇਂ ਬਿਆਨ ਕਰਦੀ ਆ। ਇਹ ਮੇਰੇ ਇਹਦਾ ਮਤਲਬ ਇਹ ਹੋਇਆ ਕਿ ਜੇ ਜਦੋਂ ਆਪਾਂ PhD ਜਾਂ ਕੋਈ ਰਿਸਰਚ ਵਰਕ ਕਰਦੇ ਆ, ਤਾਂ ਜਿਹੜੇ ਵੀ ਅਸੀਂ ਖਿੱਤੇ ਦੇ ਵਿੱਚ ਰਹਿ ਰਹੇ ਹੁੰਦੇ ਆ, ਅਸੀਂ ਉਸ ਖਿੱਤੇ ਨੂੰ ਚੁਣਦੇ ਆ, ਪਰ ਬੜਾ ਛੋਟਾ ਜਿਹਾ ਦਾਇਰਾ ਹੁੰਦਾ ਹੈ। ਪਰ ਜਿਵੇਂ ਤੁਸੀਂ ਕਹਿ ਰਹੇ ਆ ਕਿ ਵੀ ਜਿਵੇਂ ਸਾਊਥ ਅਫਰੀਕਾ ਜਾਂ ਅਫਰੀਕਾ ਦੀਆਂ ਜਾਂ ਹੋਰ ਬਹੁਤ ਸਾਰੀਆਂ ਜਿੱਥੇ ਔਰਤਾਂ ਨੂੰ ਹਲੇ ਵੀ ਇੱਕ ਗੁਲਾਮ ਦੇ ਰੂਪ ਦੇ ਵਿੱਚ ਜਾਂ ਪੈਰ ਦੀ ਜੁੱਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ, ਤਾਂ ਉਹਨਾਂ ਉੱਪਰ ਵੀ ਤੁਸੀਂ ਬਹੁਤ ਵੱਡੇ ਦਾਇਰੇ ਦੇ ਵਿੱਚ ਕੰਮ ਕੀਤਾ। ਹਾਂਜੀ, ਉਹ
ਭਾਵੇਂ ਮੇਰੀ ਪੰਜਾਬੀ ਦੀ PhD ਦਾ ਹਿੱਸਾ ਨਹੀਂ ਬਣਿਆ ਪਰ ਮੇਰੇ ਤਜਰਬੇ 'ਚ ਸ਼ਾਮਲ ਰਿਹਾ ਔਰ ਹੁਣ ਵੀ ਸ਼ਾਮਲ ਹੈ। ਮੈਂ ਹੁਣ ਵੀ ਉਹਨੂੰ ਜਾਣਦੀ ਹਾਂ, ਉਹਦੇ ਬਾਰੇ ਹੀ ਮੈਂ ਕਹਾਣੀਆਂ ਵੀ ਲਿਖਦੀ ਹਾਂ, ਕਵਿਤਾਵਾਂ ਵੀ ਲਿਖਦੀ ਹਾਂ, ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਪਰ ਉਹ ਮੇਰੇ ਤਜਰਬੇ, ਕਿਉਂਕਿ ਜਦੋਂ ਤੁਸੀਂ ਕੁਝ ਰਿਸਰਚ ਕਰਨੀ ਹੈ ਨਾ, ਉਹ ਤੁਸੀਂ ਇੱਕੋ ਹੀ ਪੱਲੇ ਨੂੰ ਫੜ ਕੇ ਚੱਲੋਗੇ ਔਰ ਰਿਸਰਚ ਨਹੀਂ ਹੈਗੀ, ਉਹਦਾ ਮਤਲਬ ਲੋਕੀ ਚੱਕੇ ਕਾਪੀ ਪੇਸਟ ਹੋ ਗਿਆ। ਤੇ ਪਰ ਜੇ ਤੁਸੀਂ ਉਹਦੇ ਤੇ ਨਿੱਠ ਕੇ ਚਰਚਾ ਕਰਨੀ ਆ, ਨਿੱਠ ਕੇ ਉਹਨੂੰ ਸਮਝਣਾ ਹੈ, ਤਾਂ ਮੈਂ ਬਹੁਤ ਪੜ੍ਹਿਆ, ਅਲੱਗ-ਅਲੱਗ ਯੂਨੀਵਰਸਿਟੀਆਂ ਜਾ ਕੇ ਤੇ ਉਹਦੇ ਬਾਰੇ ਕਾਫੀ ਰਿਸਰਚ ਕੀਤੀ। ਸੋ ਸਵਾਲ ਮੇਰਾ ਹੁਣ ਦੁਬਾਰਾ ਫਿਰ ਮੈਂ ਰਿਪੀਟ ਕਰ ਰਿਹਾ ਕਿ ਵੀ ਉਸ ਸਮੇਂ ਦੀ ਔਰਤ, ਜੇ ਮੈਂ ਪੰਜਾਬ ਦੀ ਗੱਲ ਕਰਾਂ ਜਾਂ ਆਪਣੇ ਭਾਰਤ ਦੀ ਗੱਲ ਕਰਾਂ, ਵੀ ਉਸ ਸਮੇਂ ਦੀ ਤੁਹਾਡੇ ਲੋਕ ਗੀਤਾਂ ਵਿਚਲੀ ਜਿਹੜੀ ਔਰਤ ਹੈ, ਰਿਸਰਚ ਦੇ ਹਿੱਸੇ ਵਾਲੀ ਔਰਤ ਤੇ ਅੱਜ ਦੇ ਗੀਤਾਂ ਵਾਲੀ ਔਰਤ ਦਾ ਕਿੰਨਾ ਕੁ ਫਾਸਲਾ ਤੁਹਾਨੂੰ ਨਜ਼ਰ ਆ ਰਿਹਾ? ਦੇਖੋ ਫਰਕ ਬਹੁਤ ਹੈ, ਪਰ ਬਿਆਨ ਕਰਨ ਦਾ ਤਰੀਕਾ ਬਦਲਿਆ। ਫਰਕ ਬਹੁਤ ਵੀ ਨਹੀਂ ਪਿਆ। ਅਜੇ ਵੀ ਕੁਝ ਔਰਤਾਂ 5-10% ਔਰਤਾਂ ਬਹੁਤ ਅੱਗੇ ਚਲ ਗਈਆਂ, ਮਰਜ਼ੀ ਦੀਆਂ ਮਾਲਕ ਨੇ। 10% ਲਾ ਲਓ ਵੀ ਜੋ ਚਾਹੋ ਕਰ ਸਕਦੀਆਂ ਨੇ, ਪਰ ਉਹਦੀ ਕੀਮਤ ਬਹੁਤ ਦੇਣੀ ਪਈ ਹੈ। ਜੇ ਉਹ ਆਪਣੀ ਮਰਜ਼ੀ ਦੀਆਂ ਮਾਲਕ ਬਣੀਆਂ, ਕੀਮਤ ਬੜੀ ਹੈ, ਮੇ ਵੀ ਉਹ ਪਰਿਵਾਰ ਟੁੱਟੇ ਨੇ, ਮੇ ਵੀ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਖਿਤਾਬ ਮਿਲਿਆ ਵੀ ਤੁਸੀਂ ਤਾਂ ਆ ਕਰਦੀਆਂ, ਤੁਸੀਂ ਉਹ ਕਰਦੀਆਂ ਹੋ, ਵੀ ਉਹਨਾਂ ਨੂੰ ਬੜੀ ਘਾਲਣੀ ਪਈ ਹੈ। ਥੋੜੀ ਜਿਹੀ ਔਰਤਾਂ ਜਾਂ ਫਿਰ ਤੁਸੀਂ ਲਾ ਲਓ ਕਿ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਨੇ, ਉਹਨਾਂ ਦੇ ਘਰਦਿਆਂ ਨੇ ਜਾਂ ਉਹਨਾਂ ਦੇ ਪੇਰੈਂਟਸ ਵੱਲੋਂ ਜਾਂ ਆਪ, ਉਹਨਾਂ ਤੋਂ ਇਲਾਵਾ ਹਲੇ ਵੀ 95% ਜਾਂ 90% ਔਰਤਾਂ ਕਾਫੀ ਤਕਲੀਫ ਵਿੱਚ ਹੈਗੀਆਂ ਨੇ। ਪਰ ਉਹ ਬਿਆਨ ਹੁਣ ਖੁੱਲ ਕੇ ਕਰ ਸਕਦੀਆਂ, ਉਦੋਂ ਖੁੱਲ ਕੇ ਬਿਆਨ ਨਹੀਂ ਸੀ ਕਰ ਸਕਦੀਆਂ। ਹੁਣ ਕਵਿਤਾ ਦੇ ਰੂਪ ਵਿੱਚ, ਗੀਤਾਂ ਦੇ ਰੂਪ ਵਿੱਚ ਵੱਖੋ ਵੱਖਰੇ ਰੂਪ ਖੁੱਲ ਕੇ ਆਪਣੀ ਗੱਲ ਕਹਿੰਦੀਆਂ ਨੇ। ਤੇ ਭਾਵੇਂ ਉਹਦੇ ਨਤੀਜੇ ਉਹਨਾਂ ਨੂੰ ਭੁਗਤਣੇ ਵੀ ਪੈਂਦੇ ਨੇ, ਪਰ ਉਹ ਗੱਲ ਕਰਨ ਜੋਗੀਆਂ ਹੋ ਗਈਆਂ ਨੇ। ਉਹਨਾਂ ਨੂੰ ਆਪਣੀ ਪੀੜ ਜਿਹੜੀ ਹੈ ਉਹ ਲੋਕ ਪੀੜ ਬਣਾ ਕੇ ਜਾਂ ਲੁਕੋ ਕੇ ਨਹੀਂ ਪੇਸ਼ ਕਰਨੀ ਪੈਂਦੀ। ਸੋ ਲੋਕ ਗੀਤਾਂ ਦੇ ਵਿੱਚ ਜਿਵੇਂ ਮਿਸਾਲ ਵਜੋਂ, ਜਿਵੇਂ ਕੁੜੀ ਨਹਾ ਕੇ ਛੱਪੜ ਤਲਾਬ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ, ਉਹ ਜਿਹੜੀ ਉਸ ਸਮੇਂ ਦੀ ਸੁਲਫੇ ਦੀ ਲਾਟ ਸੀ, ਅੱਜ ਦੀ ਉਹ ਕਿਤੇ ਉਹ 12 ਬੋਰ ਦੀ ਦਨਾਲੀ ਬਣ ਗਈ ਹੈ, ਕਿਤੇ 32 ਬੋਰ ਦੇ ਰੌਂਦ ਵਰਗੀ ਬਣ ਗਈ ਹੈ। ਸੋ ਕਹਿਣ ਦਾ ਭਾਵ ਇਹ ਹੈ ਵੀ ਉਦੋਂ ਜਿਹੜੇ ਸਿੰਬਲ ਜਾਂ ਕਿ ਔਰਤ ਦੀ ਖੂਬਸੂਰਤੀ ਦੇ ਲਈ ਵਰਤੇ ਜਾਂਦੇ ਸੀ, ਅੱਜ ਹਥਿਆਰਾਂ ਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਤੁਸੀਂ ਇਸ ਨੂੰ ਕਿਹੜੇ ਐਂਗਲ ਤੋਂ ਦੇਖਦੇ? ਹਾਂਜੀ, ਇਸ ਐਂਗਲ ਤੋਂ ਗੱਲ ਕਰਨ ਤੋਂ ਪਹਿਲਾਂ ਫਿਰ ਮੈਂ ਤੁਹਾਨੂੰ ਇਹ ਲੈ ਕੇ ਜਾਊਂਗੀ ਕਿ ਇਹ ਸੁਲਫੇ ਦੀ ਲਾਟ ਵਰਗੀ, ਜਾਂ ਤੁਹਾਨੂੰ ਮੈਂ ਇੱਕ ਹੋਰ ਸੁਣਾਉਣੀ ਹੈ, ਛੋਟਾ ਜਿਹਾ 2 ਲਾਈਨਾਂ ਵਾਲਾ, ਜਿਹੜਾ ਮੈਨੂੰ ਪਸੰਦ ਨਹੀਂ ਹੈਗਾ ਪਰ ਔਰਤ ਗੱਲ, ਉਹਦੇ ਚ ਇਹ ਗਿਆ, ਆ ਮੈਂ ਤੇਰੇ ਕੇਸ ਬੰਨ੍ਹਦਿਆਂ ਮੇਰੇ ਨਿੱਤ ਦੇ ਸ਼ਰਾਬੀ ਆ ਯਾਰਾ। ਕਿ ਕਿਉਂ ਕਹਿੰਦੀ ਇਹ ਔਰਤ ਨਹੀਂ ਕਹਿ ਰਹੀ ਹੈ। ਹੁਣ ਇਹ ਕਿ ਹੁਣ ਮੈਂ ਤੁਹਾਨੂੰ ਦੱਸਣਾ ਦੀ ਕੋਸ਼ਿਸ਼ ਕਰਦੀ ਵੀ ਲੋਕ ਗੀਤਾਂ 'ਚ ਔਰਤਾਂ ਨੇ ਗੀਤ ਗਾਏ, ਪਰ ਥੋੜਾ ਜਿਹਾ ਹਿੱਸਾ ਮਰਦਾਂ ਦੇ ਗੀਤਾਂ ਦਾ ਵੀ ਹੈ। ਉਹਨਾਂ ਨੇ ਕੀ ਕੀਤਾ, ਔਰਤ ਦੀ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਆ ਸੁਲਫੇ ਦੀ ਲਾਟ ਵਰਗੀ ਵੀ ਔਰਤ ਨੇ ਆਪਣੇ ਆਪ ਨੂੰ ਨਹੀਂ ਕਿਹਾ, ਮਰਦ ਵੱਲੋਂ ਵੀ ਇਹ ਮੇਰੇ ਰਿਸਰਚ ਦੇ ਵਿੱਚ ਇੱਕ ਟੌਪਿਕ ਆ ਵੀ ਹੈਗਾ ਆ ਕਿ ਮਰਦਾਂ ਦੇ ਗੀਤਾਂ ਵਿੱਚ ਨਾਰੀ ਦਾ ਸਰੂਪ ਉਹ ਕਦੇ ਵੀ ਵਧੀਆ ਨਹੀਂ ਰਿਹਾ। ਭਾਵੇਂ ਉਹ ਪੁਰਾਤਨ ਸਮਾਂ ਸੀ, ਮੈਂ ਆ ਕਹਿਣਾ ਚਾਹੁੰਦੀ ਹਾਂ ਹੁਣ ਤੁਹਾਨੂੰ ਇੱਥੇ ਕਿ ਭਾਵੇਂ ਉਹ ਪੁਰਾਣੇ ਲੋਕ ਗੀਤ ਸੀਗੇ, ਭਾਵੇਂ ਹੁਣ ਦੇ ਲੋਕ ਗੀਤ, ਹੁਣ ਹਥਿਆਰ ਆ ਗਏ ਨੇ। ਔਰਤ ਨੂੰ ਮਰਦਾਂ ਨੇ ਸਿਰਫ ਜਿਨਸੀ ਤੌਰ ਤੇ ਹੀ ਦੇਖਿਆ, ਉਹਦੀ ਖੂਬਸੂਰਤੀ ਨੂੰ ਹੀ ਦੇਖਿਆ, ਉਹਦੀ ਗੱਲ ਕੀਤੀ ਹੈ। ਉਹ ਹਰ ਬੰਦਾ ਚਾਹੁੰਦਾ ਰਿਹਾ ਉਸ ਸਮੇਂ ਦਾ ਵੀ, ਭਾਵੇਂ ਉਹ ਆਪ ਕਿਹੋ ਜਿਹਾ ਮਰਜ਼ੀ ਸੀਗਾ, ਵੀ ਉਹਦੀ ਤੁਲਨਾ ਚ ਉਹ ਬਰਾਬਰ ਸੀ ਕਿ ਨਹੀਂ ਸੀ, ਪਰ ਹਰ ਬੰਦਾ ਇੱਕ ਖੂਬਸੂਰਤ ਔਰਤ ਚਾਹੁੰਦਾ ਸੀਗਾ। ਕਦੇ ਉਹ ਸੁਲਫੇ ਦੀ ਲਾਟ ਨਾਲ ਮੁਕਾਬਲਾ ਕਰਦਾ ਹੈ, ਕਦੇ ਉਹ ਮਛਲੀ ਨਾਲ ਕਰਦਾ ਹੈ, ਕਦੇ ਉਹਦੇ ਇੱਕ ਪਿੰਜਣੀ ਦੀ, ਬਾਹ ਦੀ, ਹਰ ਚੀਜ਼ ਦੀ ਅੰਗ ਵਰਗੀਆਂ ਅੱਖਾਂ, ਬਹੁਤ ਸਾਰੀਆਂ ਇੱਕ ਅੰਗ ਨੂੰ ਉਹ ਕਹਿ ਰਿਹਾ ਆ, ਗਾ ਰਿਹਾ, ਨਿੰਦ ਰਿਹਾ ਆ, ਉਹਨੂੰ ਸਲਾਹ ਰਿਹਾ ਆ, ਉਹ ਔਰਤ ਦਾ ਸਰੂਪ ਹੀ ਦੇਖ ਰਿਹਾ, ਮਨ ਨਹੀਂ ਦੇਖ ਰਿਹਾ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਮਰਦ ਦੀ ਉਸ ਸਮੇਂ ਦੀ ਸਿਚੁਏਸ਼ਨ ਸੀ, ਅੱਜ ਵੀ ਉਹੀ ਹੈ, ਕੋਈ ਨਹੀਂ ਬਦਲੀ। ਉਹ ਸਿਰਫ ਔਰਤ ਦਾ ਬਾਹਰੀ ਰੂਪ ਦੇਖਣਾ ਚਾਹੁੰਦਾ, ਸਰੀਰਕ ਰੂਪ ਦੇਖਣਾ ਚਾਹੁੰਦਾ, ਉਹਦੇ ਅੰਦਰ ਉਹਦੀ ਸੰਵੇਦਨਾ ਕੀ ਚੱਲ ਰਹੀ ਹੈ, ਉਹਦੇ ਭਾਵ ਦਾ ਗ੍ਰਾਫ ਕੀ ਚੱਲ ਰਿਹਾ, ਸ਼ਾਇਦ ਹੀ ਕਿਤੇ ਨਜ਼ਰ ਆਉਂਦਾ। ਪਰ ਤੁਹਾਡੀ ਰਿਸਰਚ ਕੀ ਕਹਿੰਦੀ ਹੈ? ਕੋਈ ਇਸ ਤਰ੍ਹਾਂ ਦਾ ਲੋਕ ਗਾਇਕ ਜਾਂ ਗਾਇਕ ਨਜ਼ਰ ਪਿਆ ਜਿਹਨੇ ਔਰਤ ਦੇ ਅੰਦਰ ਜਿਹੜੇ ਅੰਤਰੀ ਭਾਵ ਹੈ ਕਿਤੇ ਪੇਸ਼ ਕੀਤੇ ਹੋ? ਨਹੀਂ, ਮੇਰੇ ਖਿਆਲ ਦੇ ਵਿੱਚ ਜਦੋਂ ਦੀ ਮੈਂ ਰਿਸਰਚ ਕਰਦੀ ਸੀਗੀ, ਮੈਨੂੰ ਜ਼ਿਆਦਾਤਰ ਇਹੀ ਮਿਲੇ ਕਿ ਔਰਤ ਦੀ ਜਿਹੜੀ ਉੱਪਰਲੀ ਸੁੰਦਰਤਾ ਆ, ਬਾਹਰੀ ਸੁੰਦਰਤਾ ਆ, ਉਹਦੇ ਗੁਣ ਗਾਏ ਹੋਣਗੇ, ਔਰ ਜਾਂ ਉਹਨੂੰ ਬੇਵਫਾ ਕਰਾਰ ਕੀਤਾ ਹੋਊਗਾ, ਤੇ ਜਾਂ ਉਹਨੂੰ ਫਿਰ ਥੋੜਾ ਜਿਹਾ ਜਿਹੜਾ ਸਿੱਖ ਧਾਰਮਿਕ ਵੱਲ ਚਲ ਜਾਓ, ਥੋੜਾ ਜਿਹਾ ਉਹਨਾਂ ਨੂੰ ਉੱਚਾ ਦਰਜਾ ਮਾਂ ਦਾ ਦੇਵੀ ਦਾ ਦੇਤਾ ਹੋਊਗਾ, ਇੱਕ ਔਰਤ ਦੇ ਰੂਪ ਵਿੱਚ, ਇੱਕ ਬੁੱਧੀਮਾਨ ਔਰਤ ਦੇ ਰੂਪ ਵਿੱਚ। ਨਹੀਂ, ਗੁਰੂਆਂ ਦੀ ਆਪਾਂ ਗੱਲ ਛੱਡ ਦਈਏ, ਆਪਾਂ ਲੋਕ ਗੀਤਾਂ ਦੀ ਗੱਲ ਕਰਨ ਲੱਗੇ ਆ। ਮੰਨਿਆ ਕਿ ਗੁਰੂਆਂ ਨੇ ਬਹੁਤ ਉੱਚਾ ਦਰਜਾ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਔਰਤ ਨੂੰ, ਮੈਂ ਉਹਨੂੰ ਵਿੱਚ ਲਿਆ ਕੇ ਚਰਚਾ ਦਾ ਵਿਸ਼ਾ ਨਹੀਂ ਬਣਾਉਣਾ। ਮੈਨੂੰ ਪਤਾ ਹੈ ਕਿ ਗੁਰੂ ਪੀਰਾਂ ਨੇ ਬਹੁਤ ਚੰਗਾ, ਸਾਡੇ ਸਿੱਖ ਗੁਰਾਂ ਨੇ ਖਾਸ ਕਰਕੇ ਔਰਤ ਨੂੰ ਇੱਕ ਮਾਨ ਦਿੱਤਾ ਹੈ, ਪਰ ਆਮ ਲੋਕਾਂ ਨੇ ਔਰਤਾਂ ਦੇ, ਭਾਵੇਂ ਉਹ ਉਥੋਂ ਹਿੰਦੂ ਧਰਮ ਦੇ ਜਿਹੜੇ
ਉੱਚ ਪੀਰ ਹੀ ਹੋਣ, ਉਹ ਵੀ ਹੋਣ, ਭਾਵੇਂ ਆਮ ਲੋਕ ਹੋਣ, ਉਹਨਾਂ ਨੇ ਔਰਤ ਨੂੰ ਕੋਈ ਉੱਚਾ ਦਰਜਾ ਗੀਤਾਂ ਵਿੱਚ ਨਹੀਂ ਦਿੱਤਾ, ਨਹੀਂ ਸਲਾਹਿਆ ਉਹਨੂੰ, ਔਰ ਹੁਣ ਵੀ ਨਹੀਂ ਸਲਾਹ ਰਹੇ। ਹਾਂ, ਥੋੜਾ ਜਿਹਾ ਸ਼ਬਦਾਂ ਦਾ ਫਰਕ ਪੈ ਗਿਆ, ਉਦੋਂ ਸਿਰਫ ਖੂਬਸੂਰਤੀ ਅੰਗ ਗਿਣਦੇ ਸੀ, ਉਹ ਵਿੱਚ ਹਥਿਆਰ, ਹੁਣ ਹਥਿਆਰ ਗੋਲੀਆਂ ਨਾਲ ਤੁਲਨਾ ਕਰਦੇ। ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਦੋਂ ਆਪਾਂ ਪਹਿਲਾਂ ਦੀ ਗੱਲ ਕਰਦੇ। ਜੀ ਜੀ, ਹਾਂਜੀ। ਕੀ ਅੱਜ ਵੀ ਸਮਝਿਆ ਜਾਂਦਾ ਤੁਹਾਡੇ ਗੀਤ, ਤੁਹਾਡੀ ਰਿਸਰਚ ਮੁਤਾਬਕ? ਉਹ ਕਹਿੰਦੇ ਨਹੀਂ ਤੂੰ ਮੇਰੀ ਪੈਰ ਦੀ ਜੁੱਤੀ ਆ, ਕਹਿੰਦੇ ਨਹੀਂ, ਉਹਨੂੰ ਪਤਾ ਵੀ ਅੱਜ ਔਰਤ ਹੁਣ ਇਹਨਾਂ ਮੁਲਕਾਂ ਵਿੱਚ ਲਾ ਲਓ ਕਿ ਬੰਦੇ ਤੋਂ ਘੱਟ ਕਮਾਉਂਦੀ ਨਹੀਂ, ਕੰਮ ਜ਼ਿਆਦਾ ਹੀ ਕਰਦੀ ਆ, ਘੱਟ ਨਹੀਂ ਕਰਦੀ, ਘਰੇ ਵੀ ਕੰਮ ਕਰਦੀ ਆ, ਬਾਹਰ ਵੀ ਕੰਮ ਕਰਦੀ ਆ। ਤਾਂ ਉਹ ਜੇ ਇੱਥੇ ਕੈਨੇਡਾ ਦਾ ਜਾਂ ਕਿਸੇ ਹੋਰ ਪੱਛਮੀ ਮੁਲਕ ਦਾ ਜਾਂ ਇੰਡੀਆ ਦਾ ਜਦੋਂ ਔਰਤ ਕਮਾਉਂਦੀ ਆ ਉਹਦੇ ਨਾਲ ਦੁਰਵਿਵਹਾਰ ਨਹੀਂ ਕਰਦਾ, ਉਹਦਾ ਕਾਰਨ ਸਿਰਫ ਇਹ ਨਹੀਂ ਕਿ ਉਹ ਇੱਜ਼ਤ ਕਰਨ ਲੱਗ ਗਿਆ, ਉਹ ਹੁਣ ਇਹ ਨਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਆ, ਇਹ ਪੈਸਾ ਆ, ਉਹਨਾਂ ਨੇ ਉਹਦੇ ਬੁੱਲਾਂ ਤੇ ਗਾਲਾਂ ਲਾਤਾ, ਵੀ ਕੁਝ ਕਹਿਣਾ ਨਹੀਂ, ਉਹ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ। ਉਹਨੂੰ ਪਤਾ ਹੈ ਕਿ ਇੱਕ ਵਾਰੀ ਮੈਂ ਸਖਤੀ ਕਰਤੀ, ਬੈਗ ਜੁੱਤੀ ਕਰਦੀ, ਇਹਨੇ ਛੱਡ ਕੇ ਮੈਨੂੰ ਪਰੇ ਹੋ ਜਾਣਾ ਤੇ ਮੇਰਾ ਘਰ ਟੁੱਟ ਜਾਣਾ, ਮੇਰਾ ਜਿਹੜਾ ਪਰਿਵਾਰ ਆ ਉਹ ਵੀ ਅੱਗੇ ਔਰਤ ਕੁੱਟ ਖਾਂਦੀ ਸੀ, ਗਾਲਾਂ ਖਾਂਦੀ ਸੀ, ਸਭ ਕੁਝ ਖਾਂਦੀ ਸੀ, ਚੁੱਪ ਕਰਕੇ ਜਰੀ ਜਾਂਦੀ ਸੀ। ਇੱਕ ਸੰਸਕਾਰ, ਹੁਣ ਸੰਸਕਾਰ ਵੀ ਥੋੜੇ ਫਿੱਕੇ ਪਈ ਜਾਂਦੇ ਨੇ, ਉਹ ਨਹੀਂ ਰਹੇ। ਸਾਡੇ ਪੇਰੈਂਟਸ ਸਾਨੂੰ ਬੜਾ ਸਿਖਾਇਆ ਸੀ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਪਰ ਸਾਡੇ ਬੱਚੇ ਸਾਡੇ ਕੋਲ ਕਿੰਨਾ ਕੁ ਸੁਣਦੇ ਨੇ। ਅਸੀਂ ਆਪਦਾ ਐਗਜ਼ਾਮਪਲ ਦੇਣ ਲੱਗੀਏ ਤੇ ਉਹ ਹੱਸ ਕੇ ਟਾਲ ਦਿੰਦੇ ਨੇ ਸਾਡੇ ਬੱਚੇ। ਸੋ ਇੱਕ ਨਾ ਬ੍ਰੇਕ ਦਾ ਸਮਾਂ ਹੋ ਚੱਲਿਆ, ਬ੍ਰੇਕ ਤੋਂ ਬਾਅਦ ਆਪਾਂ ਇੱਕ ਪੱਖ ਜਿਹੜਾ ਤੁਸੀਂ ਔਰਤ ਦੇ ਪੱਖ ਦੀ ਗੱਲ ਕੀਤੀ, ਹੁਣ ਆਪਾਂ ਜਿਹੜੇ ਬ੍ਰੇਕ ਤੋਂ ਬਾਅਦ ਨਾ ਔਰਤ ਦੇ ਵਿਪੱਖ ਦੀ ਵੀ ਗੱਲ ਕਰਾਂਗੇ। ਅੱਜ ਜਿਹੜੀ ਔਰਤ ਹੈ ਉਹ ਅਬਲਾ ਨਾ ਰਹਿ ਕੇ ਕਈ ਜਗ੍ਹਾ ਤੇ ਬਲਾ ਬਣੀ ਹੋਈ ਹੈ, ਉਹਦੀ ਆਪਾਂ ਚਰਚਾ ਕਰਾਂਗੇ। ਸੋ ਨਾਲ ਦੀ ਨਾਲ ਇੱਕ ਇਹ ਵੀ ਔਰਤ ਦਾ ਇੱਕ ਰੂਪ ਹੈ ਕਿ ਇੱਕ ਪਾਸੇ ਮਰਦ ਉਹਨੂੰ ਕਹਿ ਰਿਹਾ ਕਿ ਵੀ ਤੂੰ ਇਸ ਤਰ੍ਹਾਂ ਦੀ ਲੱਗਦੀ ਆ, ਤੂੰ ਸੁਲਫੇ ਦੀ ਲਾਟ ਲੱਗਦੀ ਆ, ਤੂੰ ਦਨਾਲੀ ਦੇ ਰੌਂਦ ਵਰਗੀ ਲੱਗਦੀ ਆ। ਇੱਕ ਕੁਝ ਕਿਸਮ ਦੇ ਗੀਤ ਇਸ ਤਰ੍ਹਾਂ ਦੇ ਵੀ ਅੱਜ ਨਜ਼ਰ ਪੈਂਦੇ ਆ ਕਿ ਔਰਤ ਆਪਣੇ ਆਪ ਕਹਿ ਰਹੀ ਆ ਕਿ ਵੀ ਉਹ ਮੇਰੇ ਕਿਸੇ ਫਰੈਂਡ ਨੇ ਜਾਂ ਬॉयਫ੍ਰੈਂਡ ਨੇ ਬੁਲਟ ਹੈ ਜਿਹੜਾ ਪਟਾਕੇ ਪਾਉਣ ਨੂੰ ਰੱਖਿਆ। ਸੋ ਇਹ ਜਿਹੜੀ ਚਰਚਾ ਆਪਾਂ ਔਰਤ ਦੇ ਪੱਖ ਵਿਪੱਖ ਦੇ ਦੋਨਾਂ ਕਰਾਂਗੇ। ਇੱਕ ਬ੍ਰੇਕ ਦਾ ਸਮਾਂ ਹੋ ਚੱਲਿਆ, ਬ੍ਰੇਕ ਲੈ ਲਈਏ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਦਰਸ਼ਕੋ ਜੁੜੇ ਰਹੋ, ਔਰ ਅਗਰ ਕੋਈ ਸਵਾਲ ਜਾਂ ਸੁਝਾਅ ਹੋਇਆ ਜਾਂ ਤੁਸੀਂ ਕੋਈ ਸਾਡੀ ਨੌਲੇਜ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ ਤਾਂ 905 790 9099 ਸਟੂਡੀਓ ਦਾ ਨੰਬਰ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਵਰਗੀ ਜ਼ਿੰਦਗੀ, ਕਦੇ ਰੋਵਾਂ ਕਦੇ ਹੱਸਾਂ, ਕੁਛ ਐਦਾਂ ਦੀਆਂ ਨੇ ਸਾਡੇ ਕੈਨੇਡਾ ਦੀਆਂ ਸੱਥਾਂ। ਗੱਲ ਕਰਾਂਗੇ ਘਰ ਦੀ ਯਾਦ ਦਿਵਾਉਣ ਵਾਲੀ ਤੜਕੇ ਦੀ ਖੁਸ਼ਬੂ ਦੀ ਤੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਰੂਬਰੂ ਕਰਵਾਉਂਦੀ ਸਟੂਡੈਂਟ ਲਾਈਫ ਦੀ। ਰਸਤਿਆਂ ਦੇ ਮੁਸਾਫਿਰ ਟਰੱਕ ਡਰਾਈਵਰਾਂ ਦੀ ਤੇ ਦਿਲ ਨੂੰ ਬਹਿਲਾਉਣ ਵਾਲੀਆਂ ਬੀਬੀਆਂ ਦੀਆਂ ਨਿਵੇਕਲੀਆਂ ਗੱਲਾਂ ਦੀ। ਪ੍ਰੋਗਰਾਮ ਵਿਜ਼ਨ ਔਨ ਲੋਕੇਸ਼ਨ 'ਚ ਗੱਲ ਕਰਾਂਗੇ ਤੁਹਾਡੇ ਨਾਲ, ਤੁਹਾਡੇ ਬਾਰੇ ਔਰ ਤੁਹਾਡੇ ਹੀ ਦਰਬਾਰ 'ਚ। ਸੈਲੀਬ੍ਰਿਟੀਜ਼ ਦੀ ਜ਼ਿੰਦਗੀ ਦੇ ਅਣਛੂਹੇ ਪਲ, ਜਾਣਾਂਗੇ ਸਿਤਾਰਿਆਂ ਦੀ ਚਮਕਦੀ ਜ਼ਿੰਦਗੀ ਪਿਛਲੇ ਰਾਜ਼। ਕੁਝ ਗੱਲਾਂ ਸਟਰਗਲ ਦੀਆਂ, ਕਰਾਂਗੇ ਕੁਝ ਮਸਤੀ ਸਿਤਾਰਿਆਂ ਦੇ ਨਾਲ। ਪ੍ਰੋਗਰਾਮ ਦ ਸਟਾਰਸ ਵਿਦ ਰੋਸ਼ਨ ਪ੍ਰਿੰਸ, ਸਿਰਫ ਵਿਜ਼ਨ ਪੰਜਾਬ ਟੀਵੀ ਤੇ। ਮੈਂ ਕਿਹਾ आओ जी, मैं क्या बैठो जी, मैं क्या जी दो साडा साथ। आजो 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 बैठो टीवी दे पास। हसीए हसाइए जीतो नाल ते बल दे नाल ਅਸੀਂ ਖੜਾਵਾਂਗੇ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਕਮੀਆਂ। ਜਦੋਂ ਦੇਖੋਗੇ ਵਿਜ਼ਨ ਪੰਜਾਬ ਤੇ ਜਮਲੀਆਂ इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ਸੁਖਵੀਰ ਦੇ ਪੈਸਿਆਂ ਵਾਲੇ ਟਰੱਕ। ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ।
ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਜੋ ਅਸੀਂ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਔਰ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। 905 790 99 ਸਟੂਡੀਓ ਦਾ ਨੰਬਰ ਹੈ। ਕਿਸੇ ਸਵਾਲ ਸੁਝਾਅ ਜਾਂ ਕੋਈ ਜਾਣਕਾਰੀ ਦੇਣ ਲਈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਅੱਜ ਜੋ ਵਿਸ਼ਾ ਚੱਲ ਰਿਹਾ ਉਹ ਲੋਕ ਗੀਤਾਂ ਅੰਦਰ ਨਾਰੀ ਦੀ ਵੇਦਨਾ ਸੰਵੇਦਨਾ ਦੇ ਉੱਪਰ ਅਸੀਂ ਚਰਚਾ ਕਰ ਰਹੇ ਹਾਂ। ਲੇਕਿਨ ਤੁਹਾਡਾ ਕੀ ਮੰਨਣਾ, ਤੁਹਾਡੀ ਕੀ ਰਾਏ ਹੈ, ਤੁਸੀਂ ਆਪਣੀ ਰਾਏ ਵੀ ਰੱਖ ਸਕਦੇ ਆ ਕਿ ਨਾਰੀ ਅੱਜ ਦੀ ਜਾਂ ਔਰਤ ਹੈ ਜਿਹੜੀ ਅੱਜ ਦੀ ਕੀ ਵਾਕਈ ਉਹ ਅਬਲ ਹੈ ਜਾਂ ਅੱਜ ਬਲਾ ਦਾ ਰੂਪ ਧਾਰਨ ਕਰ ਚੁੱਕੀ ਹੈ। ਉਹ ਸਾਰਾ ਚਰਚਾ ਅੱਜ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਹੈ ਔਰ ਜਤਿੰਦਰ ਕੌਰ ਰੰਧਾਵਾ ਜੀ ਉਚੇਚੇ ਤੌਰ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਔਰ ਲੰਬੇ ਸਮੇਂ ਤੋਂ ਉਹਨਾਂ ਦਾ ਤਜਰਬਾ ਨਾਰੀਵਾਦ ਜਾਂ ਔਰਤ ਦੀ ਵੇਦਨਾ ਸੰਵੇਦਨਾ ਉੱਪਰ ਕੀਤਾ ਹੋਇਆ। ਸੋ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ। ਧੰਨਵਾਦ ਜੀ ਤੁਹਾਡਾ। ਸੋ ਇੱਕ ਪੱਖ ਔਰਤ ਦਾ ਸੀ ਜਿਹੜਾ ਕਿ ਮਰਦ ਹੈ, ਉਹਨੂੰ ਪੈਰ ਦੀ ਜੁੱਤੀ ਵੀ ਸਮਝਦਾ ਹੈ, ਫਿਰ ਉਹਨੂੰ ਗੁਲਾਮ ਵੀ ਸਮਝਦਾ ਹੈ, ਫਿਰ ਇਹ ਵੀ ਸਮਝਦਾ ਹੈ ਕਿ ਵੀ ਔਰਤ ਮੇਰੇ ਮੁਤਾਬਕ ਚੱਲੇ, ਮੇਰੀ ਜਾਇਦਾਦ ਹੈ ਉਹ, ਤੇ ਫਿਰ ਇਹ ਵੀ ਹੈ ਕਿ ਵੀ ਔਰਤ ਦੀ ਜਿਹੜੀ ਤੁਲਨਾ ਹੈ ਉਹ ਕਿਸੇ ਇਹੋ ਜਿਹੇ ਨਸ਼ਿਆਂ ਨਾਲ ਹਥਿਆਰਾਂ ਨਾਲ ਕਰਨੀ ਚਾਹੁੰਦਾ ਹੈ। ਫਿਰ ਦੂਜਾ ਪੱਖ ਜੇ ਆਪਾਂ ਔਰਤ ਦਾ ਦੇਖਿਆ ਜਾਵੇ ਤਾਂ ਔਰਤ ਅੱਜ ਕੱਲ ਆਪਣੇ ਆਪ ਨੂੰ ਹੀ ਇੱਕ ਜਿਵੇਂ ਕਹਿੰਦੇ ਆ ਕਿ ਇੱਕ ਦਿਖਾਵੀ ਜਾਂ ਦਿਖਾਵਟ ਦਾ ਰੂਪ ਬਣਾਉਂਦਾ ਚਾਹੁੰਦੀ ਹੈ ਕਿ ਲੋਕ ਅਟਰੈਕਸ਼ਨ ਦੇਣ ਜਾਂ ਅਟਰੈਕਟ ਹੋਣ ਮੇਰੇ ਵੱਲ। ਤੇ ਉਹ ਜਿਹਦੇ ਵਿੱਚੋਂ ਆਪਾਂ ਡਰੈਸਸ ਦੀ ਗੱਲ ਕਰੀਏ, ਡਰੈਸ ਸੈਂਸ ਚੇਂਜ ਬਦਲਦੀ ਜਾ ਰਹੀ ਹੈ, ਈਵਨ ਕਿ ਬਦਲ ਚੁੱਕੀ ਹੈ, ਚਾਹੇ ਉਹ ਪੰਜਾਬ ਹੋਵੇ, ਭਾਰਤ ਹੋਵੇ, ਚਾਹੇ ਕੈਨੇਡਾ ਹੋਵੇ। ਫਿਰ ਉਸ ਤੋਂ ਬਾਅਦ ਦੀ ਗੱਲ ਕਰੀਏ ਔਰਤ ਦੀ ਜਿਹੜੀ ਸੰਸਕਾਰਾਂ ਵਾਲੀ ਜਿਹੜੀਆਂ ਜਿਵੇਂ ਸਾਡਾ ਕਹਿੰਦੇ ਨੇ ਵੀ ਸਾਡੇ ਸੰਸਕਾਰ ਨੇ ਜਾਂ ਸਾਡੇ ਗੁਣ ਨੇ ਜਾਂ ਸੁਚੱਜਾਪਣ ਜਾਂ ਕੁਚੱਜਾਪਣ ਉਹ ਕਿਧਰੇ ਹੁਣ ਅੱਜ ਕੱਲ੍ਹ ਨਜ਼ਰ ਨਹੀਂ ਆ ਰਿਹਾ। ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ? ਪਰ ਨਾਲ ਦੀ ਨਾਲ ਜੇ ਮੈਂ ਗੀਤਾਂ ਦੀ ਗੱਲ ਕਰਾਂ ਜਿਹਦੇ ਉੱਪਰ ਤੁਹਾਡਾ ਤਜਰਬਾ ਹੈ ਜਾਂ ਜਿਹਨਾਂ ਉੱਪਰ ਤੁਸੀਂ ਰਿਸਰਚ ਕੀਤੀ ਹੈ, ਅੱਜ ਦੀ ਔਰਤ ਹੈ ਜਿਹੜੀ ਉਹ ਮਰਦ ਵੱਲੋਂ ਘੱਟ ਤਾਰੀਫ ਕਰਾਉਂਦੀ ਆ, ਉਹ ਆਪਣੀ ਆਪ ਤਾਰੀਫ ਵੱਧ ਕਰਨਾ ਚਾਹੁੰਦੀ ਹੈ ਕਿ ਵੀ ਮੈਨੂੰ ਉਹਦੇ ਵਿੱਚੋਂ ਮੈਂ ਤੁਹਾਨੂੰ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਕਿ ਵੀ ਉਹ ਜਿੱਥੇ ਕਹਿ ਰਹੀ ਹੈ ਕਿ ਵੀ ਮੇਰਾ ਬॉयਫ੍ਰੈਂਡ ਜਾਂ ਫਰੈਂਡ ਹੈ ਉਹਨੇ ਬੁਲਟ ਹੈ ਜਿਹੜਾ ਸਿਰਫ ਪਟਾਕੇ ਪਾਉਣ ਨੂੰ ਰੱਖਿਆ ਹੈ, ਤੇ ਉਹ ਕਹਿੰਦੀ ਵੀ ਇਹੋ ਜਿਹੇ ਬੰਦੇ ਜਾਂ ਇਹੋ ਜਿਹੇ ਰੋਲ ਮਾਡਲ ਚਾਹੀਦੇ ਜਿਹੜੇ ਮੇਰੇ ਨਾਲ ਵਿਆਹ ਦੀ ਗੱਲ ਮੈਂ ਸ਼ਾਇਦ ਦੂਰ ਦੀ ਹੈ, ਪਰ ਮੇਰਾ ਫਰੈਂਡ ਜਾਂ ਬॉयਫ੍ਰੈਂਡ ਇਸ ਤਰ੍ਹਾਂ ਦਾ ਹੋਵੇ ਜਿਹੜਾ ਐਨ ਵਿਹਲੜ ਹੋਵੇ ਸਿਰੇ ਦਾ ਔਰ ਪਟਾਕੇ ਪਾਉਣ ਨੂੰ ਉਹਦੇ ਕੋਲੇ ਬੁਲਟ ਹੋਵੇ। ਹੁਣ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦੀ ਆ, ਮੈਂ ਤੁਹਾਡੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਜੀ। ਸਹਿਮਤ ਨਹੀਂ ਇਸ ਨਹੀਂ ਕਿ ਗੱਲ ਲੋਕ ਗੀਤਾਂ ਤੇ ਹੋਈ ਔਰ ਆਮ ਜਿਹੜੇ ਗੀਤ ਨੇ ਜਿਹੜੇ ਬਾਜ਼ਾਰ 'ਚ ਵਿਕ ਰਹੇ ਨੇ ਵੀ ਵਿਕਦਾ ਕੋਈ ਕਿਉਂ ਹੈ, ਇਹ ਗੀਤ ਕਿਉਂ ਵਿਕਦੇ ਨੇ ਜੋ ਲੋਕਾਂ ਨੂੰ ਚੰਗੇ ਲੱਗਦੇ ਨੇ, ਔਰ ਜਿਹੜਾ ਇਹ ਗੀਤ ਪਟਾਕੇ ਪਾਉਣ ਨੂੰ ਇਹ ਕਿਸੇ ਔਰਤ ਦਾ ਲਿਖਿਆ ਹੋਇਆ। ਇੱਕ ਮੈਂ ਮਿਸਾਲ ਦਿੱਤੀ ਹੈ, ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੇ ਗੀਤ ਮੈਂ ਵੀ ਤੁਹਾਨੂੰ ਸਟੈਪ ਬਾਈ ਸਟੈਪ ਸਾਰੀਆਂ ਗੱਲਾਂ ਦੀ ਸਭ ਗੱਲਾਂ ਨਾਲ ਮੈਂ ਤੁਹਾਨੂੰ ਆਨਸਰ ਕਰੂੰਗੀ ਕਿ ਜਿਹੜਾ ਸਮਾਜ ਹੈ
ਔਰਤ ਵੀ ਇੱਕ ਇਨਸਾਨ ਹੈ, ਜਿਵੇਂ ਇੱਕ ਮਰਦ ਇੱਕ ਇਨਸਾਨ ਹੈ, ਸੇਮ ਔਰਤ ਇੱਕ ਇਨਸਾਨ ਹੈ। ਲੋੜ ਹੈ ਉਹਨੂੰ ਇੱਕ ਇਨਸਾਨ ਦੇ ਰੂਪ ਵਿੱਚ ਦੇਖਣ ਦੀ। ਕੋਈ ਮਰਦ ਸੋਚਦਾ ਹੈ ਕਿ ਵੀ ਮੈਂ ਜੋ ਮਰਜ਼ੀ ਕਰ ਸਕਦਾ ਹਾਂ, ਕਿ ਮੈਂ ਜਿਹੜੇ ਮਰਜ਼ੀ ਕੱਪੜੇ ਪਾ ਸਕਦਾ ਹੈ, ਜਿਹੜਾ ਮਰਜ਼ੀ ਗੀਤ ਗਾ ਸਕਦਾ ਹੈ, ਔਰਤ ਨਹੀਂ ਗਾ ਸਕਦੀ, ਹਨਾ। ਵੀ ਔਰਤ ਅੱਜ ਦੇ ਜ਼ਮਾਨੇ 'ਚ ਸਮਾਂ ਬਦਲਦਾ ਹੈ, ਸਮੇਂ ਦੇ ਅਨੁਸਾਰ ਚੀਜ਼ਾਂ ਬਦਲਦੀਆਂ ਨੇ, ਔਰਤ ਦੀ ਸੋਚ ਵੀ ਬਦਲੀ ਹੈ। ਉਹ ਆ ਕੇ ਜਦੋਂ ਉਹ ਇੰਨਾ ਲੰਮਾ ਸਮਾਂ ਉਹ ਗੁਲਾਮ ਰਹੀ, ਉਹ ਇੱਕ ਲੰਮਾ ਸਮਾਂ ਦਬੀ ਰਹੀ, ਲੰਮਾ ਸਮਾਂ ਆਪਣੀਆਂ ਭਾਵਨਾਵਾਂ ਵਿਅਕਤ ਨਹੀਂ ਕਰ ਪਾਈ, ਜਦੋਂ ਉਹਨੂੰ ਮੌਕਾ ਲੱਗ ਰਿਹਾ ਹੁਣ ਖੁੱਲ ਕੇ ਬਾਹਰ ਆਉਣ ਦਾ, ਕਿਸੇ ਜਗ੍ਹਾ ਤੇ ਜਦੋਂ ਕਮਾਉਂਦੀ ਹੈ, ਉਹ ਬਾਹਰ ਨਿਕਲਦੀ ਹੈ, ਉਹਨੂੰ ਮੌਕਾ ਲੱਗਦਾ ਆ, ਤਾਂ ਫਿਰ ਜਿਹੜਾ ਜ਼ਿਆਦਾ ਕੁਝ ਲਿਆ ਹੁੰਦਾ ਨਾ, ਉਹ ਓਨਾ ਹੀ ਕਈ ਵਾਰੀ ਉਹ ਆਪਣੇ ਆਪ ਨੂੰ ਜ਼ਿਆਦਾ ਪ੍ਰਦਰਸ਼ਨ ਵੀ ਕਰ ਜਾਂਦਾ, ਸਮਟਾਈਮਸ ਨਾਟ ਆਲਵੇਜ਼, ਜਿਹੜਾ ਇਹ ਆ। ਫਿਰ ਜਦੋਂ ਆਪਾਂ ਦੇਖਦੇ ਉਹਨੂੰ ਇਨਸਾਨ ਦੇ ਰੂਪ ਵਿੱਚ ਦੇਖੀਏ, ਔਰਤ ਦੇ ਮਰਦ ਨੂੰ ਇੱਕ ਇਨਸਾਨ 'ਚ ਬਰਾਬਰੀ ਦੇ ਰੂਪ ਵਿੱਚ ਦੇਖੀਏ, ਤਾਂ ਜਦੋਂ ਅਸੀਂ ਬੰਦਿਆਂ ਦੀਆਂ ਖਾਮੀਆਂ ਨੂੰ ਬੜੇ ਆਰਾਮ ਨਾਲ ਸਵੀਕਾਰ ਕਰਦੇ ਹਾਂ। ਤੁਸੀਂ ਇੱਥੋਂ ਐਗਜ਼ਾਮਪਲ ਆ ਲਓ ਵੀ ਇੱਕ ਲੇਡੀ ਕਾਰ ਚਲਾ ਰਹੀ ਹੈ ਇੰਡੀਆ ਦੇ ਵਿੱਚ, ਮੈਂ ਚਲਾਉਂਦੀ ਰਹੀ ਹਾਂ ਬਹੁਤ, ਮੈਨੂੰ ਜਿਹੜਾ ਕੌੜੇ ਅਨੁਭਵ ਵੀ ਨੇ। ਗਲਤੀ ਭਾਵੇਂ ਬੰਦੇ ਦੀ ਹੁੰਦੀ ਹੈ, ਔਰਤ ਕਰ ਜਾਂਦੇ, ਉਹ ਔਰਤ ਕਾਰ ਐਕਸੀਡੈਂਟ ਹੋ ਗਿਆ, ਉਹ ਜਨਾਨੀ ਕਾਰ ਚਲਾਉਂਦੀ ਸੀਗੀ, ਇੱਥੇ ਵੀ ਬੰਦੇ ਦਾ ਐਕਸੀਡੈਂਟ, ਗੋਰੀ ਕਾਰ ਚਲਾਉਂਦੀ ਸੀਗੀ। ਵੀ ਕਿਹੜੀ ਇਹ ਭਾਵਨਾ ਬੰਦੇ ਨੇ ਨਾ ਉਦੋਂ ਛੱਡੀ ਸੀ ਨਾ ਹੁਣ ਛੱਡੀ ਹੈ, ਕਿ ਉਹਨਾਂ ਨੇ ਆਪਣੇ ਮਨ 'ਚ ਪਹਿਲਾਂ ਹੀ ਟਿਕਾ ਰੱਖਿਆ ਵੀ ਜੇ ਔਰਤ ਕਾਰ ਚਲਾਉਂਦੀ ਉਹਨੂੰ ਚਲਾਉਣੀ ਨਹੀਂ ਆਉਂਦੀ, ਜਦ ਕਿ ਇੰਸ਼ੋਰੈਂਸ ਕੀ ਕਹਿੰਦਾ ਔਰਤਾਂ ਦਾ ਇੰਸ਼ੋਰੈਂਸ ਘੱਟ ਹੈ ਤੇ ਬੰਦੇ ਦਾ ਜ਼ਿਆਦਾ ਆ, ਕਿਉਂਕਿ ਔਰਤ ਇੱਕ ਸੇਫ ਡਰਾਈਵਰ ਹੈ, ਔਰਤ ਘੱਟ ਐਕਸੀਡੈਂਟ ਕਰਦੀ, ਉਹ ਸੇਫ। ਪਰ ਬੰਦਿਆਂ ਦੀ ਮਾਨਸਿਕਤਾ ਕਦੇ ਮੰਨਦੀ ਹੈ ਵੀ ਔਰਤ ਇੱਕ ਸੇਫ ਡਰਾਈਵਰ ਹੈ, ਉਹ ਔਰਤ ਚਲਾਉਂਦੀ ਸੀ, ਉਹਨੇ ਮਾਰਤੀ ਗੱਡੀ। ਨੰਬਰ 1 ਐਵੇਂ ਹੀ ਗੀਤਕਾਰਾਂ ਦੀ ਗੱਲ ਹੈ ਵੀ ਜੋ ਬੰਦਿਆਂ ਨੂੰ ਚੰਗਾ ਲੱਗਦਾ, ਕੋਈ ਗੀਤਕਾਰ ਰਾਤੋਂ ਰਾਤ ਚੜ੍ਹਦਾ ਕਿਉਂ ਹੈ, ਜਿਹੜੀ ਲੋਕਾਂ ਦੇ ਮਨਾਂ ਨੂੰ ਗੱਲ ਛੂਹਦੀ ਹੈ, ਜਿਹੜੀ ਮਰਦਾਂ ਦੀ ਜਿਹੜੀ ਇੱਕ ਅਹਿਮ ਨੂੰ ਸੰਤੁਸ਼ਟੀ ਦਿੰਦੀ ਹੈ। ਆਪ ਹੀ ਗੀਤ ਲਿਖ ਲਏ, ਉਹ ਕੁੜੀ ਵਿਚਾਰੀ ਨਵੀਂ ਹੈ ਜਿਹਨੇ ਗਾਇਆ। ਨਹੀਂ ਮੈਂ ਇਕੱਲੇ ਇੱਕ ਗੀਤ ਤੁਸੀਂ ਇੱਕ ਗੀਤ ਨੂੰ ਬ੍ਰੈਕਟ ਦੇ ਵਿੱਚ ਦੱਸਿਆ ਨਾ, ਮੈਂ ਤੁਹਾਡੇ ਮੂਹਰੇ ਜਿਹੜੀਆਂ ਸੈਂਕੜੇ ਹੀ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈ, ਸੈਂਕੜੇ ਪਟਾਕੇ ਪਾਉਣ ਦੀ ਗੱਲ ਸਪੈਸੀਫਿਕਲੀ ਕੀਤੀ ਗਈ ਨਾ, ਤਾਂ ਕਿ ਮਾਫ ਕਰਨਾ, ਮੈਂ ਸਿਰਫ ਇਹੀ ਕਹਿਣਾ ਕਿ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਮਿਸਾਲ ਸਾਡੇ ਸਾਹਮਣੇ ਆਉਂਦੀਆਂ, ਪਰ ਮੇਰਾ ਸਵਾਲ ਇਹ ਸੀ ਕਿ ਜਿਹੜੀ ਲੋਕ ਗੀਤਾਂ ਅੰਦਰ ਤੁਸੀਂ ਕਹਿ ਰਹੇ ਆ ਕਿ ਕਿਉਂਕਿ ਅੱਜ ਜਿਹੜੇ ਲੋਕ ਗੀਤ ਨਹੀਂ ਰਚੇ ਜਾ ਰਹੇ, ਕੋਈ ਸਾਹਮਣੇ ਨਹੀਂ ਆ ਰਹੇ ਅੱਜ ਕੱਲ, ਤਾਂ ਮੈਨੂੰ ਲੱਗਦਾ ਵੀ ਇਹ ਵੀ ਕੋਈ ਅਤਕਥਨੀ ਨਹੀਂ ਕਿ ਜਿਹੜੇ ਅੱਜ ਕੱਲ ਗੀਤ ਚੱਲ ਰਹੇ ਆ ਉਹ ਵੀ ਗੀਤਾਂ ਦਾ ਰੂਪ ਨਹੀਂ ਰਿਹਾ, ਗੀਤ ਹੈ ਹੀ ਨਹੀਂ, ਗੀਤਾਂ ਦਾ ਰੂਪ ਨਹੀਂ ਰਿਹਾ। ਪਹਿਲਾਂ ਬੰਦਾ ਹੈ ਗੀਤ ਵਿੱਚ ਬੋਲ ਬਾਅਦ ਫਿੱਟ ਕਰਦੇ, ਭਾਵੇਂ ਉਹ ਮੈਚ ਕਰਦੇ ਆ ਭਾਵੇਂ ਉਹ ਨਹੀਂ ਕਰਦੇ, ਉਹ ਜਿਹੜੀ ਤਾਲ ਹੈ ਨਾ ਉਹ ਤੇ ਨੱਚਦੇ ਆ ਲੋਕ। ਬਸ ਉਹੀ ਚੀਜ਼ ਹੈ ਕਿ ਵੀ ਸਿਰਫ ਚੱਕ ਲੋ ਧਰ ਲੋ ਵਾਲੇ ਗੀਤ ਲੋਕ ਸਾਡੇ ਹੀ ਲੋਕ ਆ, ਅਸੀਂ ਵੀ ਸੁਣਨਾ ਚਾਹੁੰਦੇ ਆ ਕਿ ਵੀ ਸਹੀ ਹੋਵੇ, ਉਹਦੇ ਅੰਦਰ ਕੰਟੈਂਟ ਜੋ ਮਰਜ਼ੀ ਵੱਜ ਰਿਹਾ ਹੈ, ਕਿਸੇ ਨੂੰ ਕੋਈ ਪਰਵਾਹ ਨਹੀਂ, ਕੋਈ ਮਤਲਬ ਨਹੀਂ। ਲੇਕਿਨ ਮੇਰਾ ਭਾਵ ਇਹ ਸੀ ਵੀ ਤੁਹਾਡੇ ਜਿਹੜੇ ਲੋਕ ਗੀਤਾਂ ਦੇ ਉੱਪਰ ਤੁਹਾਡੀ ਰਿਸਰਚ ਕੀਤਾ ਹੋਇਆ, ਉਸ ਸਮੇਂ ਦੀ ਜਿਹੜੀ ਅਬਲਾ ਔਰਤ ਹੈ, ਕੀ ਤੁਸੀਂ ਅੱਜ ਵੀ ਸਮਝਦੇ ਆ ਕਿ ਉਹ ਅਬਲਾ ਹੈਗੀ ਹੈ ਕਿ ਸਿਰਫ ਮੂਹਰੋਂ ਜਿਹੜਾ ਆੜਾ ਕੱਟ ਦਈਏ? ਦੇਖੋ ਇਹ ਬਿਲਕੁਲ ਆਪਣੇ ਵਿਚਾਰ ਬਿਲਕੁਲ ਵੀ ਰਲਦੇ ਨਹੀਂ। ਤੁਸੀਂ ਉਹਨੂੰ ਬੁਲਾ ਕਹਿਣਾ ਚਾਹੁੰਦੇ ਆ, ਮੈਂ ਅਬਲਾ ਨਹੀਂ ਕਹਿ ਰਹੀ ਨਾ, ਉਹ ਆਪਾਂ ਪੁਰਾਣਾ ਚੱਕਿਆ ਵੀ ਅਬਲਾ ਤੋਂ ਬਲਾ, ਆਮ ਲੋਕਾਂ ਦੀ ਉਹ ਵਾਰੀ ਲੋਕਾਂ ਦੀ ਗੱਲ ਚੱਕ ਲਈ ਜਿਹੜੇ ਔਰਤ ਨੂੰ ਅਜੇ ਵੀ ਬੰਦੇ ਦੇ ਬਰਾਬਰ, ਮਰਦ ਦੇ ਬਰਾਬਰ ਹੱਕ ਨਹੀਂ ਦੇਣਾ ਚਾਹੁੰਦੇ, ਉਹ ਬਲਾ ਕਹਿੰਦੇ ਨੇ। ਹਾਂ ਵੀ ਇਹ ਦੇਖਣਾ ਹੈ ਵੀ ਉਹ ਔਖੀ ਕਿਉਂ ਹੋਈ, ਉਹ ਕੁਝ ਔਰਤਾਂ ਵਿੱਚੋਂ ਜੇ ਕੋਈ ਔਰਤ ਆਪਣੀ ਜਿਹੜੀ ਹੈ ਹੱਦ ਦੇ ਵਿੱਚੋਂ ਜ਼ਿਆਦਾ ਗੁੱਸੈਲ ਬਣ ਗਈ, ਜਾਂ ਉਹਨੇ ਲੜਨਾ ਚਾਹਿਆ ਜਾਂ ਅੱਗੇ ਉੱਠਣਾ ਚਾਹਿਆ, ਜਾਂ ਲਾ ਲਓ ਕਿ ਸਮ ਟਾਈਮਸ ਉਹ ਥੋੜੀ ਅੱਗੇ ਵੀ ਚਲੀ ਗਈ ਵਿਰੋਧਤਾ ਦੇ ਵਿੱਚ, ਉਹ ਵਿੱਚ ਜਿਹੜੀਆਂ ਲਾਈਨਾਂ ਉਹ ਭੁੱਲ ਗਈ, ਚਲੀ ਵੀ ਗਈ, ਉਹਦੀ ਵਜ੍ਹਾ ਕੀ ਰਹੀ? ਸਾਨੂੰ ਸਮਝਣ ਦੀ ਲੋੜ ਉਹ ਹੈ ਕਿ ਔਰਤ ਜੇ ਪਹਿਲਾਂ ਕਮਜ਼ੋਰ ਸੀ, ਅਬਲਾ ਸੀ, ਐਸਾ ਕੀ ਹੋਇਆ ਵੀ ਉਹ ਇੰਨੀ ਖਤਰਨਾਕ ਰੂਪ ਲੈਂਦੀ ਹੈ, ਜਾਂ ਉਹ ਗੁੱਸੇ ਵਾਲਾ ਰੂਪ ਲੈਂਦੀ ਹੈ, ਜਾਂ ਉਹ ਚੰਡੀ ਦਾ ਰੂਪ ਲੈਂਦੀ ਆ? ਕੁਝ ਨਾ ਕੁਝ ਕਾਰਨ ਤਾਂ ਰਹੇ ਹੋਣਗੇ ਨਾ। ਤੇ ਇੱਕ ਬਣੀ ਬਣਾਈ ਧਾਰਨਾ ਜਾਂ ਲੋਕ ਗੀਤਾਂ ਦੀ ਜਾਂ ਗੀਤਾਂ ਦੀ ਇੱਥੇ ਕਿਤੇ ਕੇਸਾਂ ਦੇ ਵਿੱਚ ਫਿੱਟ ਨਹੀਂ ਬੈਠਦੀ। ਇਹ ਅਗਲੇ ਦੇ ਉਸ ਜਰਨੀ 'ਚ ਜਾਣਾ ਪੈਂਦਾ, ਉਸ ਔਰਤ ਦੀ ਜਾਂ ਮਰਦ ਦੀ ਪੂਰੀ ਹਰ ਇੱਕ ਦੀ ਆਪਣੀ ਸਟੋਰੀ ਆ, ਉਹ 'ਚ ਸਮਝਣਾ ਪੈਂਦਾ ਵੀ ਕੀ ਵਜ੍ਹਾ ਰਹੀਆਂ, ਕਿਉਂ ਆਵੇਂ। ਇੱਕ ਪਹਿਲੂ ਹੋਰ ਵੀ ਮੈਡਮ, ਮੈਂ ਕਿਉਂਕਿ ਮੇਰੇ ਇਹ ਨਹੀਂ ਕਿ ਮੇਰੇ ਆਪਣੇ ਵਿਚਾਰ ਹੈ, ਜੋ ਚੀਜ਼ਾਂ ਅਸੀਂ ਪੜ੍ਹਦੇ ਸੁਣਦੇ ਤੁਹਾਡੇ ਨਾਲ ਆਪਾਂ ਗੱਲ ਜਦੋਂ ਬੈਠੇ ਆ ਕਰਨ ਵਾਸਤੇ ਡਿਸਕਸ਼ਨ ਇਸ ਨਾਲ। ਇੱਕ ਹੋਰ ਜਿਹੜਾ ਪਹਿਲੂ ਇਹ ਵੀ ਆ ਰਿਹਾ ਕਿ ਵੀ ਔਰਤ ਨੂੰ ਹੀ ਔਰਤ ਦੀ ਦੁਸ਼ਮਣ ਸਮਝਿਆ ਜਾਂਦਾ, ਤੁਸੀਂ ਇਹਦੇ ਨਾਲ ਕਿੰਨਾ ਸਹਿਮਤ ਹੋ ਔਰ ਤੁਹਾਡੇ ਵਿਚਾਰ ਕੀ? ਹਾਂਜੀ, ਮੈਂ ਇਸ ਗੱਲ ਨਾਲ ਇਹ ਸਹਿਮਤ ਨਹੀਂ ਕਿ ਉਹ ਦੁਸ਼ਮਣ ਆ। ਹਾਂ, ਕੰਟਰੋਵਰਸੀ ਹੁੰਦੀ ਆ, ਔਰ ਮੈਂ ਇਹ ਬਿਲਕੁਲ ਨਹੀਂ ਕਹੂੰਗੀ ਕਿ ਉਹ ਪਰਮ ਮਿੱਤਰ ਬਣ ਕੇ ਹਰ ਔਰਤਾਂ ਰਹਿੰਦੀਆਂ ਨੇ ਘਰ ਦੇ ਵਿੱਚ, ਖਾਸ ਕਰਕੇ ਜਿਵੇਂ ਤੁਸੀਂ ਕਹਿਣਾ ਚਾਹੁੰਦੇ ਔਰਤ ਜਨਰਲ ਤੁਲੀ ਜਾਂਦੀਆਂ, ਦੋ ਔਰਤਾਂ ਦੁਸ਼ਮਣ ਨਹੀਂ ਕਿਉਂ ਚੱਕਦੀਆਂ ਨੇ। ਉੱਥੇ ਦੁਸ਼ਮਣੀ ਪੈਦਾ ਹੋ ਰਹੀ ਹੈ ਜਿੱਥੇ
ਹੱਕ ਦੀ ਲੜਾਈ ਪੈ ਰਹੀ ਹੈ। ਮਾਫ ਕਰਨਾ, ਇਹ ਵੀ ਸਾਡੇ ਜਿਵੇਂ ਆਪਾਂ ਲੋਕ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ, ਲੋਕ ਗੀਤਾਂ ਦੀ ਗੱਲ ਕਰ ਰਹੇ ਹਾਂ, ਫਿਰ ਅੱਜ ਦੀ ਗੱਲ ਕਰੀਏ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਸੱਸ ਤੇ ਨੂੰਹ ਦਾ ਜਿਹੜਾ ਕਾਟੋ ਕਲੇਸ਼ ਹੈ ਅੱਜ ਵੀ ਸਾਨੂੰ ਸਾਫ਼ ਨਜ਼ਰ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਦਰਾਣੀ ਜਠਾਣੀ ਦਾ ਕਾਟੋ ਕਲੇਸ਼ ਉਹ ਵੀ ਸਾਨੂੰ ਸਾਫ਼ ਨਜ਼ਰ ਆ ਜਾਂਦਾ ਹੈ। ਫਿਰ ਜਿਹੜੀ ਭਰਜਾਈ ਨਾਨ ਭਰਜਾਈ ਦਾ ਕਿਤੇ ਨਾ ਕਿਤੇ ਹੋ ਸਕਦਾ ਰੇਅਰ ਕੇਸ ਹੋਵੇ ਕਿ ਨਾਨ ਭਰਜਾਈ ਦੇ ਵਿੱਚ ਪਿਆਰ ਹੋਵੇ ਜਾਂ ਉਹ ਇੱਕ ਦੋਸਤ ਦੇ ਤੌਰ ਤੇ ਵਿਚਰਦੀਆਂ ਹੋਣ, ਨਹੀਂ ਤਾਂ ਨਾਨ ਭਰਜਾਈ ਦੇ ਅੰਦਰ ਵੀ ਜਿਹੜੀ ਕੁੱਤੇ ਖਾਣੀ ਨਜ਼ਰ ਆਉਂਦੀ ਹੈ ਸਾਨੂੰ, ਉਹ ਲੋਕ ਗੀਤਾਂ ਵਿੱਚ ਵੀ ਪਈ ਹੈ। ਤੁਸੀਂ ਪਤਾ ਕੀ ਉਹ ਲੋਕ ਗੀਤਾਂ ਦੇ ਵਿੱਚ ਵੀ ਲੋਕ ਗੀਤਾਂ 'ਚ ਵੀ ਪਈ ਹੈ। ਮੈਂ ਮੰਨਦੀ ਵੀ ਨਾਨ ਭਰਜਾਈ ਦਾ ਜਿਹੜਾ ਰਿਸ਼ਤਾ ਆ ਦੁਸ਼ਮਣੀ ਵਾਲਾ ਨਹੀਂ ਹੈ। ਤੁਸੀਂ ਕਹਿੰਦੇ ਦੁਸ਼ਮਣ ਖੱਟਾ ਮਿੱਠਾ ਰਿਲੇਸ਼ਨਸ਼ਿਪ ਹੈ। ਖੱਟਾ ਮਿੱਠਾ ਬੰਦਾ ਕਹਿੰਦਾ ਵੀ ਚੁਗਲਬਾਜ਼ੀ ਵੀ ਹੈ, ਆਪਸ ਦੇ ਵਿੱਚ ਵਿਅੰਗ ਵੀ ਹੈ, ਨਿੱਕੀਆਂ ਨਿੱਕੀਆਂ ਚੋਭਾਂ ਨੇ ਉਹਦੇ 'ਚ। ਮੋਸਟਲੀ ਇਹ ਨਹੀਂ ਹੈ, ਪਿਆਰ ਵਾਲਾ ਰਿਸ਼ਤਾ ਵੀ ਤਾਂ ਹੈਗਾ, ਬਹੁਤ ਪਿਆਰ ਵੀ ਹੈ। ਜਿੱਥੇ ਪਿਆਰ ਹੁੰਦਾ ਉੱਥੇ ਚੁਗਲਬਾਜ਼ੀ ਵੀ ਹੁੰਦੀ ਹੈ, ਥੋੜਾ ਸਰੀਕਾ ਵੀ ਹੁੰਦਾ ਹੈ। ਜਿਵੇਂ ਤੁਸੀਂ ਸੱਸ ਤੇ ਨੂੰਹ ਦੀ ਗੱਲ ਕਰਦੇ ਆ ਆਪਾਂ ਇੱਥੇ ਜਿਹੜੀ ਗੱਲ ਹੈ ਪੋਜੀਸ਼ਨ ਦੀ ਹੈ, ਉਹ ਔਰਤ ਨੇ ਘਰ ਬਣਾਇਆ ਹੁੰਦਾ। ਹੁਣ ਇੱਕ ਮੈਂ ਔਰਤ ਹਾਂ, ਮੈਂ ਆਪਣਾ ਘਰ ਬੜੀ ਮਿਹਨਤ ਕਰਕੇ ਇੱਥੇ ਕੈਨੇਡਾ 'ਚ ਹਰ ਕੋਈ ਕਰਦਾ, ਇੰਡੀਆ 'ਚ ਕਰਦਾ। ਤੁਸੀਂ ਦਿਨ ਰਾਤ ਚਿਣ ਕੇ ਉਹ ਘਰ ਬਣਾਉਣੇ ਆ, ਬੜੀ ਮਿਹਨਤ ਕਰਕੇ ਬਣਾਉਣੇ ਆ। ਫਿਰ ਦੂਸਰੀ ਕੁੜੀ ਆਉਂਦੀ, ਉਹਨੇ ਬਚਪਨ ਤੋਂ ਸੁਪਨੇ ਲਏ ਹੋਏ ਨੇ ਕਿ ਵੀ ਮੈਂ ਘਰ ਜਾਊਂਗੀ, ਉੱਥੇ ਘਰ ਦੇ ਕਹਿੰਦੇ ਆਪਦੇ ਘਰ ਜਾ ਕੇ ਆ ਕਰੀ, ਆਪਦੇ ਘਰ ਜਾ ਕੇ ਆ ਕਰੀ। ਉਹ ਪੂਰਾ ਸੁਪਨੇ ਸਜਾ ਕੇ ਉਹ ਸਹੁਰੇ ਘਰ ਆਉਂਦੀ ਹੈ ਕਿ ਮੇਰਾ ਘਰ ਹੋਊਗਾ, ਮੈਂ ਜੋ ਮਰਜ਼ੀ ਕਰ ਦਊਂਗੀ, ਮੈਂ ਤਾਂ ਵਿਹੜਾ ਹੀ ਥਲ ਦੇਣਾ, ਮੈਂ ਆਪਣੇ ਹਿਸਾਬ ਦੇ ਨਾਲ। ਫਿਰ ਜਦੋਂ ਉਹ ਜਿਹੜੀ ਔਰਤ ਜਿਹਨੇ ਉਹਨੇ ਘਰ ਬਣਾਇਆ, ਉਸ ਪੋਜੀਸ਼ਨ ਤੇ ਪਹੁੰਚੀ, ਅੱਗੋਂ ਉਹਦੀ ਨੂੰਹ ਆਈ, ਉਹ ਚਾਹੁੰਦੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਕਰਾਂ, ਉਹ ਚਾਹੁੰਦੀ ਉਹ ਇੱਥੇ ਉਹਨਾਂ ਦੀ ਕੰਟਰੋਵਰਸੀ ਸਟਾਰਟ ਹੋ ਜਾਂਦੀ ਹੈ। ਉਹਨਾਂ ਦਾ ਅਹਿਮ ਦਾ ਲਗਾ ਲਓ ਹੁੰਦਾ ਹੈ ਕਿ ਕਿਹਦੀ ਨੰਬਰਦਾਰੀ ਚੱਲਣੀ ਹੈ, ਇਹ ਰੌਲਾ ਨੰਬਰਦਾਰੀ ਦਾ ਹੁੰਦਾ ਵੀ ਮੈਂ ਕੀ ਕਰਨਾ। ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ, ਇਹ ਨਹੀਂ ਹੁੰਦਾ ਕਿ ਆਪਣੀ ਨੂੰਹ ਨੂੰ ਪਿਆਰ ਨਹੀਂ ਕਰ ਰਹੀ ਜਾਂ ਨੂੰਹ ਜਿਹੜੀ ਉਹ ਸੱਸ ਨੂੰ ਪਸੰਦ ਨਹੀਂ ਕਰ ਰਹੀ। ਇੱਥੇ ਆਪਣੇ ਆਪਣੇ ਟੇਸਟ ਦਾ, ਆਪਣੀ ਆਪਣੀ ਮਰਜ਼ੀ ਨੂੰ ਮਨਾਉਣ ਦਾ ਇਹ ਵਾਲਾ ਝਗੜਾ ਹੁੰਦਾ। ਉਹਦੇ ਕਰਕੇ ਕਈ ਵਾਰੀ ਉਹ ਭਿਆਨਕ ਰੂਪ ਹੋ ਜਾਂਦੇ ਨੇ, ਮਾੜੇ ਮੋਟੇ ਸਖਤ ਹੋ ਜਾਂਦੇ ਨੇ, ਕਈ ਵਾਰੀ ਉਹ ਨਾਰਮਲ ਰਹਿੰਦੇ ਨੇ, ਪਰ ਕੋਈ ਵੱਡਾ ਝਗੜਾ ਨਹੀਂ ਹੁੰਦਾ। ਜੇ ਸਾਰੀ ਗੱਲਬਾਤ ਤੋਂ ਤੁਹਾਡੀ ਤੋਂ ਜੇ ਖੰਗਾਲ ਲਿਆ ਜਾਵੇ ਤਾਂ ਜਿਹਨੂੰ ਖੰਗਾਲ ਕੇ ਜੋ ਰੂਪ ਨਜ਼ਰ ਆ ਰਿਹਾ ਨਾ, ਜੇ ਆਪਾਂ ਕਹਿੰਦੇ ਨਾ ਵੀ ਮੰਥਨ ਕੀਤਾ ਤੇ ਕੁਝ ਨਿਕਲਿਆ, ਤਾਂ ਉਹ ਮੈਨੂੰ ਇਹ ਨਜ਼ਰ ਆ ਰਿਹਾ ਵੀ ਜਿਹੜੀ ਇੱਕ ਤੁਹਾਡੀ ਭਾਵਨਾ ਹੈ ਉਹ ਹਲੇ ਤੱਕ ਵੀ ਸ਼ਾਇਦ ਇਹ ਕਹਿੰਦੀ ਹੈ ਕਿ ਵੀ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਅੱਜ ਕੱਲ, ਮੈਂ ਨਹੀਂ ਕਹਿੰਦਾ ਕਿ ਮਰਦ ਪ੍ਰਧਾਨ ਰਹਿ ਗਿਆ, ਪਰ ਮਰਦ ਪ੍ਰਧਾਨ ਹੋਇਆ ਕਰਦਾ ਸੀ ਲੋਕ ਗੀਤਾਂ ਦੇ ਵਿੱਚ ਜਾਂ ਸਾਡੇ ਸੱਭਿਆਚਾਰ 'ਚ। ਪਰ ਅੱਜ ਦੇ ਸਮੇਂ 'ਚ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਜਾਂ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ, ਉੱਥੇ ਪ੍ਰਧਾਨ ਵਾਲੀ ਕੋਈ ਸਿਚੁਏਸ਼ਨ ਰਹੀ ਨਹੀਂ। ਤੇ ਮੈਨੂੰ ਇਹ ਲੱਗਦਾ ਕਿ ਜੇ ਕੈਨੇਡਾ ਦੀ ਗੱਲ ਕਰੀਏ ਜਾਂ ਅਮਰੀਕਾ ਜਾਂ ਹੋਰ ਇਸ ਤਰ੍ਹਾਂ ਦੇ ਵਿਕਸਿਤ ਮੁਲਕਾਂ ਦੀ ਗੱਲ ਕਰੀਏ ਤਾਂ ਪ੍ਰਧਾਨ ਜਿਹੜੀ ਹੈ ਉਹ ਔਰਤ ਬਣ ਚੁੱਕੀ ਹੈ। ਮੇਰਾ ਮੰਨਣਾ ਇਹ ਹੈ, ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਨਹੀਂ ਦੇਖੋ, ਪ੍ਰਧਾਨ ਜਿਹੜੀ ਬਣਨ ਦੀ ਗੱਲ ਇਹ ਹੁੰਦੀ ਆ, ਆਪਾਂ ਪਹਿਲਾਂ ਵੀ ਕਹਿ ਗਏ, ਜਦੋਂ ਆਪਾਂ ਵਕਤ ਬਦਲਦਾ ਹੈ, ਸਮਾਂ ਬਦਲਦਾ ਆ, ਤੇ ਅੱਜ ਜਿਹੜਾ ਸਾਰੀਆਂ ਪਰਿਵਾਰਾਂ ਦੀ ਜਿਹੜੀ ਲੜਾਈ ਦੀ ਜੜ ਵੀ ਲਗਾ ਲਓ ਪੁਰਾਤਨ ਸਮੇਂ 'ਚ ਵੀ ਅੱਜ ਵੀ ਪੈਸਾ ਹੀ ਰਿਹਾ। ਸਭ ਤੋਂ ਵੱਡੀ ਗੱਲ ਦੇਖੋ, ਜਿੱਥੇ ਆਪਾਂ ਸੁਣਦੇ ਆ ਵੀ ਵੱਡੀਆਂ ਫਰਮਾਂ ਨੇ, ਬਹੁਤ ਰਿਚ ਫਰਮਸ ਨੇ, ਜਿਹੜੀਆਂ ਤੁਸੀਂ ਵੱਡੇ ਪਰਿਵਾਰ ਨੇ, ਈਵਨ ਇੰਡੀਆ 'ਚ ਤਾਂ ਆਪਾਂ ਨਾਮ ਲੈਣ ਦੀ ਲੋੜ ਨਹੀਂ, ਬਹੁਤ ਉਹਨਾਂ ਦੇ ਕਈ ਝਗੜੇ ਹੁੰਦੇ ਨੇ, ਨਹੀਂ ਹੁੰਦੇ, ਕਿਉਂਕਿ ਫਾਈਨੈਂਸ਼ਲੀ ਇੰਨੇ ਸਟਰੋਂਗ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਗੱਲਾਂ, ਕੋਈ ਕੀ ਕਰ ਗਿਆ, ਕੋਈ ਕੀ ਡੋਲ ਗਿਆ, ਕੋਈ ਕੀ ਵਿਗਾੜ ਗਿਆ। ਜਿਵੇਂ ਘਰ 'ਚ ਲੜਾਈ ਪਈ ਨਿੱਕੀ ਨਿੱਕੀ ਗੱਲਾਂ ਤੇ ਪਈ, ਉਹਨੇ ਆਹ ਡੋਲ ਦਿੱਤਾ, ਉਹਨੇ ਰੋਕਤਾ, ਉਹਨੇ ਰੋਕਿਆ, ਸੁਣਨੀ ਨਹੀਂ ਗੱਲ, ਇੱਕ ਦੂਜੇ ਦੀ ਗੱਲ ਨਹੀਂ ਸੁਣਨੀ। ਪਰ ਹਸਬੈਂਡ ਵਾਈਫ ਦੇ ਝਗੜਿਆਂ ਦੇ ਵਿੱਚ ਵੀ ਗੱਲ ਪ੍ਰਧਾਨਗੀ ਦੀ ਨਹੀਂ, ਗੱਲ ਪੈਸੇ ਦੀ ਹੈ। ਜਿੱਥੇ ਜੋ ਮਰਜ਼ੀ ਜਿਹੜਾ ਕਰੇ, ਜੋ ਦੂਜਾ ਟੋਕਦਾ ਹੈ, ਭਾਵੇਂ ਉਹ ਔਰਤ ਹੋਵੇ ਮਰਦ, ਇੱਕ ਦੂਜੇ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਅਹਿਮ ਦਾ ਝਗੜਾ ਹੋ ਰਿਹਾ ਆਪਸ 'ਚ। ਮਤਲਬ ਤੁਸੀਂ ਇਹ ਗੱਲ ਮੰਨਦੇ ਹੋ ਕਿ ਵੀ ਜੇ ਔਰਤ ਤੇ ਮਰਦ ਦੀ ਜਿਹੜੀ ਅੱਜ ਦੀ ਸਿਚੁਏਸ਼ਨ ਉਹ ਇੱਕ ਬਰਾਬਰਤਾ ਤੇ ਖੜ ਗਈ ਹੈ, ਉਹ ਬਰਾਬਰ ਦੇ ਵਿੱਚ ਦੋਨੋਂ ਇਨਸਾਨ ਨੇ। ਆਪਾਂ ਇਹ ਨਹੀਂ ਕਹਿਣਾ ਕਿ ਔਰਤ ਲੜਦੀ ਤੇ ਪ੍ਰਧਾਨ ਹੋ ਗਈ ਹੈ, ਮਰਦ ਲੜਦਾ ਤੇ ਪ੍ਰਧਾਨ ਹੋ ਗਿਆ ਹੈ, ਨਹੀਂ ਇਹ ਗੱਲ, ਕਿਉਂਕਿ ਉਹਨੂੰ ਮਰਦ ਕੋਲ ਸਵੀਕਾਰ ਨਹੀਂ ਹੋ ਰਿਹਾ ਕਿ ਉਹ ਮੇਰੇ ਬਰਾਬਰ ਕਿਵੇਂ ਖੜ ਗਈ, ਉਹ ਮੇਰੇ ਤੋਂ ਮੰਗ ਕਿਵੇਂ ਕਰਨ ਲੱਗੀ, ਉਹ ਮੇਰੇ ਨਾਲ ਅੱਗੇ ਕਿਵੇਂ ਬੋਲਣ ਲੱਗੀ। ਬੰਦੇ ਦੀ ਈਗੋ ਅੜਦੀ ਹੈ, ਔਰਤ ਨੂੰ ਹੁੰਦਾ ਕਿ ਮੈਂ ਘੱਟ ਆ, ਮੈਂ ਬਰਾਬਰ ਕਮਾਉਣੀ ਆ, ਮੈਂ ਘਰੇ ਕੰਮ ਕਰਦੀ ਆ, ਮੈਂ ਸਭ ਕੁਝ। ਹੁਣ ਉਹ ਦੋਨੋਂ ਇਕੁਅਲ ਇਨਸਾਨ ਨੇ, ਲੋੜ ਆ ਸਮਝਣ ਦੀ, ਕੁਝ ਨੂੰ ਉਹ ਸਮਝ ਨਹੀਂ ਰਹੇ। ਕਈ ਜਗ੍ਹਾ ਤਾਂ ਮੈਡਮ ਸਿਚੁਏਸ਼ਨ ਇਹ ਵੀ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ, ਜੇ ਔਰਤ ਵੱਧ ਕਮਾ ਰਹੀ ਹੈ ਤਾਂ ਉਹਦੇ ਉਲਟਾ ਮਰਦ ਨੂੰ ਤੇ ਤਾਨੇ ਮਿਹਣੇ ਸੁਣਨੇ ਪੈਂਦੇ ਆ ਕਿ ਤੂੰ ਭਾਈ ਮੇਰੇ ਤੋਂ ਘੱਟ ਕਮਾਉਣਾ, ਤੂੰ
ਤੂੰ ਆ ਵੀ ਕਰਿਆ ਕਰ, ਤੂੰ ਉਹ ਵੀ ਕਰਿਆ ਕਰ ਤੇ ਉਹ ਵੀ ਕਰੇਗਾ। ਹੋ ਸਕਦਾ ਹੈ ਵੀ ਜਿਵੇਂ ਆਪਾਂ ਨਹੀਂ, ਇਹ ਪ੍ਰੈਕਟੀਕਲ ਸਭ ਦੇ ਸਾਹਮਣੇ ਹੈ। ਹਾਂ ਹੋ ਸਕਦਾ ਹੈ। ਮੈਂ ਕਹਿੰਨੀ ਆ ਕਿ ਜਦੋਂ ਇਨਸਾਨ ਨੇ, ਦੋਵੇਂ ਧਿਰਾਂ ਇਨਸਾਨ ਨੇ ਤੇ ਦੋਨਾਂ 'ਚ ਖਾਮੀਆਂ ਵੀ ਨੇ ਤੇ ਗੁਣ ਵੀ ਨੇ। ਮੈਂ ਕਦੇ ਇਹ ਨਹੀਂ ਕਹਿੰਦੀ ਕਿ ਔਰਤ ਬਹੁਤ ਹੀ ਸਹੀ ਆ ਤੇ ਬੰਦਾ ਬਿਲਕੁਲ ਗਲਤ ਆ। ਮੈਂ ਬਿਲਕੁਲ ਨਹੀਂ ਇਹ ਗੱਲ ਕਹਿ ਰਹੀ। ਮੈਂ ਆ ਕਹਿ ਰਹੀ ਆ ਕਿ ਲੋੜ ਹੈ ਉਹਨੂੰ ਸਵੀਕਾਰ ਕਰਨ ਦੀ ਕਿ ਦੋਵੇਂ ਬਰਾਬਰੀ ਤੇ ਧਿਰ ਤੇ ਖੜੇ ਨੇ। ਹੁਣ ਉਹ ਪੈਰ ਦੀ ਜੁੱਤੀ ਨਹੀਂ, ਹੁਣ ਉਹਨੂੰ ਜਿਵੇਂ ਮਰਜ਼ੀ ਡਰਾ ਕੇ ਮੈਂ ਮਰਦ ਆ, ਮੈਂ ਪਤੀ ਆ, ਮੈਂ ਪਰਮੇਸ਼ਰ ਆ, ਉਹਨੂੰ ਦਬਾ ਕੇ ਰੱਖਣਾ ਸੰਭਵ ਨਹੀਂ ਰਿਹਾ। ਭਾਵੇਂ ਉਹ ਇੰਡੀਆ ਆ, ਭਾਵੇਂ ਕੈਨੇਡਾ ਹੈ, ਭਾਵੇਂ ਇੰਗਲੈਂਡ, ਵਟਐਵਰ, ਪੂਰੇ ਵਰਲਡ ਦੇ ਵਿੱਚ। ਕਿਉਂਕਿ ਉਹ ਜਦੋਂ ਕੰਮ ਕਰਨ ਲੱਗੀ, ਧਿਰ ਬਣ ਗਈ ਹੈ, ਉਹ ਪੈਸਾ ਕਮਾਉਣ ਲੱਗੀ ਹੈ, ਫਾਈਨੈਂਸ਼ੀਅਲੀ ਸਟਰੋਂਗ ਹੋ ਗਈ ਹੈ, ਹੁਣ ਦੱਬਣੀ ਤਾਂ ਉਹ ਹੈ ਨਹੀਂ, ਹਨਾ। ਪਰ ਇਹ ਆ ਕਿ ਉਹਨੂੰ ਵੀ ਸਮਝਣਾ ਪਊਗਾ ਉਹ ਜਿਹਦੀ ਸੋਚ ਦੇ ਹਾਣੀ ਬਣ, ਸਿਰਫ ਨਾ ਬੰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੇ ਔਰ ਨਾ ਔਰਤ ਹਾਵੀ ਹੋਣ ਦੀ ਕੋਸ਼ਿਸ਼ ਕਰੇ। ਸਾਡੇ ਪੰਜਾਬੀ ਦੇ ਰਾਈਟਰ ਜਿੰਨੇ ਵੀ ਆ, ਚਾਹੇ ਉਹ ਕੋਈ ਕਵਿਤਾ ਦੇ ਉੱਪਰ ਕੰਮ ਕਰ ਰਿਹਾ, ਚਾਹੇ ਕੋਈ, ਮੈਂ ਖਾਸ ਕਰਕੇ ਔਰਤ ਵਰਗ ਦੀ ਗੱਲ ਕਰਦਾ, ਔਰਤ ਵਰਗ ਦੇ ਵਿੱਚ ਜਿਹੜੀ ਕੋਈ ਕਵੀ ਹੋਵੇ, ਚਾਹੇ ਕਹਾਣੀਕਾਰਾ ਹੋਵੇ, ਚਾਹੇ ਨਾਟਕਕਾਰਾ ਹੋਵੇ, ਉਹ ਔਰਤ ਨੂੰ ਅਬਲਾ ਹੀ ਕਿਉਂ ਪੇਸ਼ ਕਰਦੀ ਆ? ਚਾਹੇ ਅੱਜ ਦੇ ਸਮੇਂ ਦੇ ਵਿੱਚ ਵੀ ਔਰਤ ਨੂੰ ਅਬਲਾ ਹੀ ਪੇਸ਼ ਕੀਤਾ ਜਾਂਦਾ। ਕਦੇ ਇਹ ਨਹੀਂ ਦਿਖਾ, ਕਿਉਂਕਿ ਜਿੰਨੇ ਵੀ ਤੁਸੀਂ ਨਾਟਕ ਦੇਖ ਲਓ, ਪੰਜਾਬੀ ਦੇ ਵਿੱਚ ਲਿਖੇ ਗਏ ਨਾਟਕ ਦੇਖ ਲਓ, ਕਹਾਣੀਆਂ ਦੇਖ ਲਓ, ਪੰਜਾਬੀ ਦੇ ਵਿੱਚ ਕਵਿਤਾਵਾਂ ਦੇਖ ਲਓ, ਚਾਹੇ ਆਪਾਂ ਵਾਰਤਕ ਦੀ ਗੱਲ ਕਰੀਏ, ਸੋ ਸਾਰੇ ਦੇ ਸਾਰੇ ਜਿੰਨੇ ਵੀ ਖਾਸ ਕਰਕੇ ਜਿਹੜੀ ਔਰਤ ਵਰਗ ਸ਼੍ਰੇਣੀ ਹੈ, ਰਾਈਟਰ ਹੈ, ਉਹ ਔਰਤ ਦੇ ਪੱਖ ਦੀ ਗੱਲ ਤਾਂ ਕਰਦੇ ਆ, ਨਾਲ ਦੀ ਨਾਲ ਉਲਾਰਤਾ ਜਿਹੜੀ ਨਜ਼ਰ ਆ ਜਾਂਦੀ ਹੈ ਕਿ ਵੀ ਔਰਤ ਅੱਜ ਵੀ ਅਬਲਾ ਹੈ, ਪਰ ਜਿੱਥੇ ਕਿ ਪ੍ਰੈਕਟੀਕਲ ਕੁਝ ਹੋਰ ਰੂਪ ਹੈ। ਇਹ ਮੈਂ ਮੰਨਣਾ ਚਾਹਣਾ ਔਰ ਤੁਹਾਡੀ ਮਰਜ਼ੀ ਹੈ ਇਹਦੇ ਨਾਲ ਸਹਿਮਤ ਜਾਂ ਨਹੀਂ ਸਹਿਮਤ ਹੋਣਾ। ਲੇਕਿਨ ਅੱਜ ਜਿਹੜਾ ਕੁਝ ਚੱਲ ਰਿਹਾ, ਕਿਉਂ ਔਰਤ ਦਾ ਰੂਪ ਇਸ ਤਰ੍ਹਾਂ ਦਾ ਰੋਂਦਾ ਕਰਲਾਉਂਦਾ ਨਜ਼ਰ ਆਉਂਦਾ ਹਰੇਕ ਪੱਖ ਤੋਂ, ਚਾਹੇ ਉਹ ਕਵਿਤਾ ਹੋਵੇ, ਕਹਾਣੀ ਹੋਵੇ? ਕਿਉਂ ਨਹੀਂ ਔਰਤ ਨੂੰ ਇੱਕ ਖੁਸ਼ਨੁਮਾ ਇਨਸਾਨ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ? ਮੈਂ ਖਾਸ ਕਰਕੇ ਰਾਈਟਰ, ਤੁਸੀਂ ਮੈਨੂੰ ਵੀ ਗੱਲ ਕਹਿਣ ਦਿਓ ਕਿ ਆ ਨਹੀਂ, ਜਾਂ ਤਾਂ ਤੁਸੀਂ ਪੂਰਾ ਲਿਟਰੇਚਰ ਅਜੇ ਪੰਜਾਬੀ ਦਾ ਜਾਂ ਕਵਿਤਾਵਾਂ ਦਾ ਅਜੇ ਪੜਿਆ ਨਹੀਂ। ਮੈਂ ਮੰਨਦੀ ਹਾਂ ਕਿ ਬਹੁਮਤ ਜਿਹੜਾ ਆ, ਬਹੁਮਤ ਔਰਤਾਂ ਰੋਂਦੀਆਂ ਕੁਰਲਾਉਂਦੀਆਂ ਹੋਣਗੀਆਂ, ਬਹੁਮਤ ਕਰਦੀਆਂ ਹੋਣਗੀਆਂ, ਪਰ ਸਾਰੇ ਨਹੀਂ। ਵੂਮਨ ਇੰਪਾਵਰਮੈਂਟ ਦੇ ਸੰਬੰਧਿਤ ਜਿਹੜਾ ਇੰਪਾਵਰਮੈਂਟ ਦਾ ਮਤਲਬ ਹੀ ਇਹੀ ਆ ਕਿ ਉੱਪਰ ਉੱਠ ਗਈਆਂ ਨੇ, ਉੱਚੀ ਗੱਲ ਕਰਦੀਆਂ ਨੇ, ਵਿਸ਼ੇ ਵੱਖੋ ਵੱਖਰੇ ਵਿਸ਼ੇ ਛੋਹਦੀਆਂ ਨੇ। ਮੈਨੂੰ ਲੱਗਦਾ ਕਿ ਨਾਟ ਬਹੁਮਤ, ਬਰਾਬਰ ਤੇ ਹੀ ਔਰਤਾਂ ਹੁਣ ਹੋਰ ਵਿਸ਼ੇ ਛੇੜਦੀਆਂ ਨੇ। ਗਜ਼ਲ ਗੀਤ ਹੋਰ ਤਰ੍ਹਾਂ ਦੇ ਕਹਿੰਦੀਆਂ ਨੇ, ਜਿਹਦੇ 'ਚ ਸਮਾਜਿਕ ਵਿਸ਼ਿਆਂ ਦੀ ਗੱਲ ਕੀਤੀ ਜਾਂਦੀ ਹੈ, ਜਿਹੜੀ ਪ੍ਰਕਿਰਤੀ ਦੀ ਗੱਲ ਕੀਤੀ ਜਾਂਦੀ ਹੈ, ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ, ਵਿਸਮਾਦ ਦੀ ਗੱਲ ਕੀਤੀ ਜਾਂਦੀ ਹੈ। ਕੋਈ ਸਮਾਂ ਸੀਗਾ ਜਿੱਥੇ ਔਰਤ ਜਦ ਤੱਕ ਦਬੀ ਸੀਗੀ ਉਹ ਦਬਨ ਦੀ ਗੱਲ ਕਰਦੀ ਸੀ ਜਾਂ ਰੋਣ ਦੀ ਗੱਲ ਕਰਦੀ ਸੀ। ਜਦੋਂ ਇਮੋਸ਼ਨਲ ਰਿਸ਼ਤੇ 'ਚ ਔਰਤ ਹਲੇ ਵੀ ਥੋੜੀ ਜੀ ਬੰਦੇ ਨਾਲੋਂ ਮੈਂ ਸਮਝਦੀ ਕਮਜ਼ੋਰ ਆ, ਉਹ ਛੇਤੀ ਰੋਣ ਲੱਗ ਜਾਂਦੀ ਹੈ। ਬੰਦੇ ਨੂੰ ਤਕਲੀਫ ਜਦੋਂ ਹੁੰਦੀ ਆ, ਮਾਈਟ ਵੀ ਉਹ ਸ਼ੋਅ ਨਹੀਂ ਕਰਦਾ ਜਾਂ ਉਹ ਜਰ ਲੈਂਦਾ। ਤਕਲੀਫ ਤਾਂ ਦੋਵਾਂ ਇਨਸਾਨਾਂ ਨੂੰ ਬਰਾਬਰ ਹੁੰਦੀ ਹੈ ਜਦੋਂ ਇੱਕ ਧਿਰ ਛੱਡ ਕੇ ਜਾਂਦੀ ਹੈ, ਪਰ ਔਰਤ ਜਿਹੜੀ ਆ ਉਹ ਛੇਤੀ ਇਮੋਸ਼ਨਲ ਹੋਣ ਦੇ ਕਰਕੇ ਉਹ ਬੜੀ ਭਾਵੁਕ ਹੋ ਜਾਂਦੀ ਹੈ। ਉਹ ਭਾਵੁਕਤਾ ਦੇ ਵਿੱਚ ਹੋ ਸਕਦਾ ਆ ਕਿ ਥੋੜੀਆਂ ਜਿਹੀਆਂ ਰੋਣ ਕਰਲਾਉਣ ਵਾਲੀਆਂ ਰਚਨਾਵਾਂ ਕਰਦੀ ਹੈ, ਪਰ ਬਾਲੀਆਂ ਰੋਂਦੀਆਂ ਨਹੀਂ ਆ। ਪਰ ਔਰਤ ਨੂੰ ਕਿਉਂ? ਮੈਂ ਆਪ ਹੀ ਮੈਂ ਹੁਣ ਤੁਹਾਡੇ ਵੱਲ ਹੀ ਆਉਣਾ। ਤੁਹਾਡੀ ਕਿਤਾਬ ਮੈਂ ਸਾਹਮਣੇ ਦੇਖ ਰਿਹਾ ਵੀ ਪੰਜਾਬੀ ਲੋਕ ਗੀਤਾਂ ਵਿੱਚ ਜਿਹੜੀ ਨਾਰੀ ਦੇ ਸਰੋਕਾਰ ਹੈ ਨਾ, ਨਿਵੇਦਨਾ ਸੰਵੇਦਨਾ। ਹੁਣ ਮੇਰਾ ਸਵਾਲ ਇਹ ਹੈ ਕਿ ਮੈਡਮ ਤੁਹਾਡੀਆਂ ਜਿੰਨੀਆਂ ਵੀ ਰਚਨਾਵਾਂ ਨੇ ਉਹਨਾਂ ਵਿੱਚ ਨਾਰੀ ਦਾ ਕੀ ਰੂਪ ਨਜ਼ਰ ਆ ਰਿਹਾ? ਇਸ ਤੋਂ ਪਹਿਲਾਂ ਕਿ ਮੈਂ ਸਵਾਲ ਦਾ ਜਵਾਬ ਲਵਾਂ, ਇੱਕ ਕਾਲ ਲੈ ਲਈਏ ਫਿਰ ਆਪਾਂ ਚਰਚਾ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ, ਬੜਾ ਵਧੀਆ ਲੱਗ ਰਿਹਾ, ਬਹੁਤ ਵਧੀਆ ਵਿਸ਼ਾ ਤੁਸੀਂ ਦੇਖਿਆ ਹੈ ਜੀ। ਸ਼ੁਕਰੀਆ। ਮੈਂ ਥੋੜਾ ਤਾਂ ਇਹ ਵੀ ਦੱਸਦਾ ਵੀ ਔਰਤ ਦਾ ਜਿਹੜਾ ਦਰਜਾ ਹੈ ਜੀ, ਜੋ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਕੁਰਬਾਨੀਆਂ ਕਰਦੀ ਹੈ ਜੀ, ਉਹ ਮੈਂ ਇੱਕ ਮਰਦ ਉਹਦੇ ਨਾਤੇ ਕੋਈ ਉਹਦੇ ਨਾਤੇ ਮੈਂ ਉਹਦੀ ਰਿਸਪੈਕਟ ਬਹੁਤ ਕਰਦਾ। ਵਾਹ ਵਾਹ, ਬਹੁਤ ਅੱਛਾ। ਤੁਸੀਂ ਬਚਪਨ ਤੋਂ ਦੇਖੋ ਜੀ, ਇੱਕ ਲੜਕੀ ਦੀ ਸ਼ੁਰੂ ਤੋਂ ਉਹਨੂੰ ਇੱਕ ਤਾਂ ਨਾਤਾ ਨੂੰ ਪੇਖਿਆ ਦਾ ਘਰ ਉਹਦਾ ਆਪਦਾ ਹੁੰਦਾ, ਉਹਨੂੰ ਕਹਿੰਦੇ ਜੀ ਪਰਾਇਆ ਕੀਤੀ ਹੈ ਜੀ, ਪਰਾਇਆ ਘਰ। ਜਦੋਂ ਸਹੁਰੇ ਨੂੰ ਚਲੇ ਜਾਂਦੀ ਹੈ ਜੀ, ਉਦੋਂ ਉਹਨੂੰ ਕਹਿੰਦੇ ਵੀ ਇਹ ਬਗਾਨੇ ਘਰੋਂ ਆਈ ਹੈ, ਉਹਦਾ ਆਪਦਾ ਘਰ ਕਿਹੜਾ। ਫਿਰ ਉਹ ਉੱਥੇ ਦੀ ਇਸ ਤਰ੍ਹਾਂ ਦੀ ਉਹ ਆਪਦੇ ਆਪ ਨੂੰ ਮਨਾ ਲੈਂਦੀ ਹਰ ਇੱਕ ਲੜਕੀ ਦਾ। ਫਿਰ ਕੀ ਹੁੰਦਾ ਜੀ, ਉਹ ਜਦੋਂ ਆਪਣਾ ਕਿੰਨੀਆਂ ਤਕਲੀਫਾਂ ਨਾਲ ਜੇ ਉਹ ਬੱਚਾ ਹੁੰਦਾ ਜੀ,
ਬਹੁਤ ਕੁਝ ਸੋਚਣਾ ਪੈਂਦਾ ਕਿ ਕਿੰਨੀਆਂ ਕੁਰਬਾਨੀਆਂ ਕਰਦੀਆਂ ਤੇ ਔਰਤ ਨੂੰ ਉਹਨਾਂ ਦੇ ਸਲੂਟ ਹੈ ਪੰਜਾਬ ਸਲੂਟ ਹੈ ਜੀ ਇੱਕ ਵਾਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਤੁਸੀਂ ਕਾਲ ਕੀਤੀ ਹੈ, ਪਰ ਇੱਕ ਪੁਆਇੰਟ ਦੇ ਨਾਲ ਸ਼ਾਇਦ ਮੈਂ ਸਹਿਮਤੀ ਆਪਣੀ ਪ੍ਰਗਟ ਨਾ ਕਰਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਿ ਮੈਡਮ ਕਹਿ ਰਹੇ ਆ ਕਿ ਵੀ ਬਗਾਨਪੁਣੇ ਦੀ ਭਾਵਨਾ ਜਿਹੜੀ ਔਰਤ ਦੇ ਨਾਲ ਉਹ ਟੁੱਟ ਗਈ ਆ, ਉਹ ਕਿਹੜੀ ਸੀ ਕਿ ਵੀ ਇਹ ਤੇਰਾ ਘਰ ਨਹੀਂ, ਇਹ ਤੂੰ ਬਗਾਨੇ ਘਰੇ ਆਈਆਂ, ਬਗਾਨੇ ਘਰੋਂ ਆਈਆਂ। ਅੱਜ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਔਰਤ ਦਾ ਪਹਿਲਾ ਦਰਜਾ ਜਿਹੜਾ ਜਾਂ ਇਹ ਕਹਿ ਲਓ ਕਿ ਪਹਿਲਾ ਹੱਕ ਹੈ ਉਸ ਘਰ ਦੇ ਉੱਪਰ ਹੁੰਦਾ ਹੈ। ਔਰ ਅੱਜ ਕੱਲ ਇਹ ਤਾਨੇ ਮਿਹਣੇ ਜਿਹੜੇ ਆ ਸੁਣਨੇ ਬੰਦ ਹੋ ਗਏ ਆ ਕਿ ਵੀ ਤੂੰ ਬਗਾਨੇ ਘਰੋਂ ਆਈ ਹੈ। ਬੰਦ ਨਹੀਂ ਹੋਈ, ਤੁਸੀਂ ਪੰਜਾਬ ਦੇ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਅੱਜ ਵੀ ਇੱਥੇ ਨਾਗਰਿਕ ਕਰਨੇ ਚਾਹੁੰਦੇ। ਚਲੋ ਬਹੁਤ ਸ਼ੁਕਰੀਆ ਤੁਹਾਡਾ। ਵੱਡੇ ਜਾਣਾ ਚਾਹੁੰਦੇ ਪਰ ਸਭ ਕੁਝ ਚੱਲਦੇ। ਚਲੋ ਆਪਾਂ ਤੁਹਾਡੇ ਇਸ ਸੁਝਾਅ ਦਾ ਜਿਹੜਾ ਤੁਸੀਂ ਵਿਚਾਰ ਰੱਖਿਆ ਮੈਡਮ ਨਾਲ ਵੀ ਡਿਸਕਸ ਕਰ ਲੈਣੇ। ਸੋ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਮੈਡਮ ਇਸ ਤੋਂ ਪਹਿਲਾਂ ਕਿ ਆਪਾਂ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹਦੇ ਉੱਪਰ ਚਰਚਾ ਕਰਾਂਗੇ, ਮਾਫ ਕਰਨਾ ਪੁਆਇੰਟ ਭੁੱਲ ਨਾ ਜਾਇਓ। ਇਹ ਜਿਹੜਾ ਵਿਚਾਰ ਰੱਖਿਆ ਤੁਸੀਂ ਕਿੰਨੇ ਕਿਹਦੇ ਨਾਲ ਸਹਿਮਤ ਹੋ? ਮੈਂ ਉਸ ਚੀਜ਼ ਨਾਲ ਸਹਿਮਤ ਹਾਂ ਕਿ ਔਰਤ ਇੱਕ ਇਹ ਹੈ ਕਿ ਸਿਰਜਣਾ ਕਰਦੀ ਹੈ, ਸ੍ਰਿਸ਼ਟੀ ਦੀ ਸਿਰਜਣਾ ਕਰਦੀ ਹੈ ਔਰ ਸਿਰਜਣਹਾਰੀ ਹੈ, ਕੋਈ ਸ਼ੱਕ ਨਹੀਂ। ਮੈਂ ਵੀ ਉਸ ਚੀਜ਼ ਨੂੰ ਔਰ ਸਲੂਟ ਕਰਦਾ। ਲੇਕਿਨ ਜਿਹੜਾ ਅੱਜ ਉਹਨਾਂ ਨੇ ਕਿਹਾ ਕਿ ਵੀ ਅੱਜ ਵੀ ਔਰਤ ਨੂੰ ਬਗਾਨਪੁਣੇ ਦੀ ਭਾਵਨਾ ਜਾਂ ਬਗਾਨਪੁਣੇ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਜੀ ਬਿਲਕੁਲ ਮੈਂ ਸਹਿਮਤ ਹਾਂ ਉਹਨਾਂ ਦੇ ਨਾਲ ਕਿ ਮੋਸਟ ਆਫ ਕੇਸਿਸ ਵਿੱਚ ਆਪਾਂ ਕੈਨੇਡਾ 'ਚ ਗੱਲ ਕਰਦੇ ਹਾਂ ਕਿ ਔਰਤ। ਮੈਡਮ ਇੱਕ ਕਾਲ ਹੋਰ ਆ ਰਹੀ ਹੈ, ਮਾਫ ਕਰਨਾ ਤੁਸੀਂ ਇਸ ਨੂੰ ਕੰਟੀਨਿਊ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰੋਗਰਾਮ ਤੁਹਾਡਾ ਬੜਾ ਵਧੀਆ ਚੱਲ ਰਿਹਾ। ਮੈਂ ਸੁਰਜੀਤ ਬੋਲਦੀ ਹਾਂ। ਹਾਂਜੀ ਸਤਿ ਸ਼੍ਰੀ ਜੀ ਅਕਾਲ। ਬਹੁਤ ਬਹੁਤ ਸਵਾਗਤ ਹੈ ਮੈਡਮ ਤੁਹਾਡਾ। ਹਾਂਜੀ ਤੇ ਮੈਂ ਤਾਂ ਇੰਨੀ ਗੱਲ ਕਹਿਣੀ ਹੈ ਕਿ ਔਰਤ ਕਦੇ ਵੀ ਕਮਜ਼ੋਰ ਨਹੀਂ ਹੋਈ। ਔਰਤ ਹਮੇਸ਼ਾ ਹੀ ਸਸ਼ਕਤ ਹੈ, ਲੇਕਿਨ ਜਿਹੜੀ ਪੈਤਰਿਕ ਸੱਤਾ ਆ ਉਹਨੂੰ ਬਾਰ-ਬਾਰ ਉਹ ਇਹ ਕਰਾਉਂਦੀ, ਉਹਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਕਮਜ਼ੋਰ ਹੈ। ਕਦੀ ਉਹਦਾ ਸਪਿਰਿਟ ਸ਼ੋਸ਼ਣ ਕਰਕੇ, ਕਦੀ ਉਹਨੂੰ ਮਤਲਬ ਕਿ ਇੱਕ ਦੂਸਰੇ ਹੋਰ ਕਈ ਤਰੀਕਿਆਂ ਦੇ ਨਾਲ, ਲੇਕਿਨ ਜਿਵੇਂ ਕਿ ਵੇਜਿਸ ਉਹਨੂੰ ਘੱਟ ਦੇਣੇ, ਏਦਾਂ ਦੇ ਤਰੀਕਿਆਂ ਦੇ ਨਾਲ ਜਿਹੜੀ ਪੈਤਰਿਕ ਸੱਤਾ ਹੈ ਨਾ ਉਹ ਉਹਨੂੰ ਕਮਜ਼ੋਰ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਤੇ ਇਸ ਕਰਕੇ ਹੀ ਸ਼ਾਇਦ ਉਹਦੇ ਦਬਾਅ ਹੇਠਾਂ ਹੀ ਔਰਤਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਕਵਿਤਾਵਾਂ ਲਿਖਦੀਆਂ ਨੇ ਕਿ ਅਸੀਂ ਕਮਜ਼ੋਰ ਹਾਂ ਅਸੀਂ। ਤੇ ਮਤਲਬ ਵੈਸੇ ਅਦਰਵਾਈਜ਼ ਕਦੀ ਵੀ ਦੇਖੋ ਕਿਸੇ ਵੀ ਫੀਲਡ ਦੇ ਵਿੱਚ ਜਿਹੜੀ ਔਰਤ ਹੈ ਉਹ ਕਮਜ਼ੋਰ ਕਦੀ ਨਾ ਹੋਈ ਹੈ। ਤੇ ਜਤਿੰਦਰ ਹੋਣੀ ਤਾਂ ਇਹ ਤਾਂ ਬਹੁਤ ਸਾਨੂੰ ਇਹਨਾਂ ਦੇ ਮਾਣ ਹੈ ਤੇ ਬਹੁਤ ਹਿੰਮਤ ਵਾਲੇ ਨੇ। ਇਹਨਾਂ ਨੇ ਆਪਣੇ ਬੱਚੇ ਬਹੁਤ ਵਧੀਆ ਪਾਲੇ ਨੇ ਔਰ ਇਹਨਾਂ ਨੇ ਕਵਿਤਾ ਜਿਹੜੀ ਲਿਖੀ ਹੈ ਕਿ ਮੈਂ ਚੱਲਾਂਗੀ ਨਾਲ ਚੱਲੇਗਾ ਮੇਰਾ ਹੌਸਲਾ। ਤੇ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਮੁਬਾਰਕ। ਚੱਲਦੇ ਰਹੋ। ਬਹੁਤ ਬਹੁਤ ਸ਼ੁਕਰੀਆ ਮੈਡਮ, ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਔਰ ਤੁਸੀਂ ਵੀ ਇੱਕ ਉਮਦਾ ਦਰਜੇ ਦੇ ਜਿਹੜੇ ਕਵੀ ਨੇ ਇਹ ਔਰ ਕਹਾਣੀਕਾਰਾ ਵੀ ਹੈ। ਸੋ ਉਹਨਾਂ ਦਾ ਜਿਹੜਾ ਇਹ ਸੀ ਨਾ ਵੀ ਔਰਤ ਕਮਜ਼ੋਰ ਨਹੀਂ ਹੈ, ਪਰ ਕਿਤੇ ਨਾ ਕਿਤੇ ਮੈਡਮ ਜਿਹੜਾ ਲੇਖਕ ਵਰਗ ਹੈ ਕਿਉਂ ਔਰਤ ਨੂੰ ਕਮਜ਼ੋਰ ਬਣਾ ਰਿਹਾ, ਚਾਹੇ ਉਹ ਕਹਾਣੀਆਂ ਦੇ ਵਿੱਚ, ਚਾਹੇ ਕਵਿਤਾਵਾਂ ਦੇ ਵਿੱਚ, ਚਾਹੇ ਉਹ ਕਿਸੇ ਨਹੀਂ, ਬਹੁਤ ਥੋੜਾ ਆ, ਬਹੁਤ ਥੋੜਾ। ਮੈਂ ਤੁਹਾਨੂੰ ਇਹੀ ਕਹਿੰਦੀ ਆ ਕਿ ਬਹੁਤ ਥੋੜਾ ਆ। ਤੁਸੀਂ ਇੱਕੋ ਵਿਚਾਰ ਨੂੰ ਪੂਰੇ ਸਾਹਿਤ ਦੇ ਉੱਪਰ ਨਹੀਂ ਕਰ ਸਕਦੇ ਬਿਲਕੁਲ, ਕਿਉਂਕਿ ਅਸੀਂ ਕਹਿੰਦੇ ਆ ਕਿ ਪਹਿਲਾਂ ਰਿਹਾ ਆ। ਹੋ ਸਕਦਾ ਜਦੋਂ ਚੀਜ਼ ਔਰਤ ਕਮਜ਼ੋਰ ਹੁੰਦੀ, ਸਮੇਂ ਦੀ ਮੰਗ ਸੀ ਵੀ ਔਰਤ ਦੇ ਹੱਕ 'ਚ ਬੋਲਿਆ ਜਾਵੇ, ਉਦੋਂ ਇਹ ਚੀਜ਼ ਬਹੁਤ ਭਾਵੇਂ ਉਹ ਰਾਈਟਿੰਗ ਦੇ ਥਰੂ, ਭਾਵੇਂ ਉਹ ਪੋਇਟਰੀ ਦੇ ਥਰੂ, ਭਾਵੇਂ ਉਹ ਲੇਖਾਂ ਦੇ ਥਰੂ ਔਰਤ ਨੂੰ ਕਾਮਯਾਬ ਕਰਨ ਵਿੱਚ, ਉੱਚਾ ਚੱਕਣ ਦੇ ਵਿੱਚ ਬੜੀ ਘਾਲ ਨਾ ਘਾਲੀ ਸਾਡੇ ਰਾਈਟਰਸ ਨੇ ਵੀ, ਸਾਡੇ ਜਿਹੜੇ ਸਾਡੇ ਲੋਕ ਲੀਡਰ ਨੇ ਉਹਨਾਂ ਨੇ ਵੀ, ਔਰ ਸਾਡੇ ਸਭ ਨੇ ਵੀ ਕੀਤਾ। ਕਿਉਂਕਿ ਜਿਹੜੀ ਧਿਰ ਕਮਜ਼ੋਰ ਹੁੰਦੀ ਆ ਉਹਨੂੰ ਚੱਕਣ ਵਾਸਤੇ ਪਹਿਲਾਂ ਜ਼ੋਰ ਲੱਗਦਾ ਆ ਔਰ ਲੱਗਦਾ ਰਿਹਾ। ਦੂਸਰੀ ਗੱਲ ਆ, ਹੁਣ ਆਮ ਵਿਸ਼ਿਆਂ ਦੀ ਗੱਲ ਹੋਣ ਲੱਗੀ ਆ। ਹੁਣ ਸਾਹਿਤ 'ਚ ਕੋਈ ਔਰਤ ਕਮਜ਼ੋਰ ਨਹੀਂ, ਗਿਣਵੇਂ ਚੁਣਵੇਂ ਮੈਨੂੰ ਨਹੀਂ ਲੱਗਦਾ। ਜੇ ਆਪਾਂ ਸਾਰਾ ਸਾਹਿਤ ਘੋਖਾਂਗੇ ਤੇ ਫਿਰ ਪਤਾ ਲੱਗੂ ਵੀ ਔਰਤ। ਮੈਂ ਤੁਹਾਡੀ ਉਸੇ ਗੱਲ ਤੇ, ਕਿਉਂਕਿ ਮਿੰਟ ਵੀ ਆਪਣੇ ਕੋਲੇ 3-4 ਮਿੰਟ ਬਚੇ ਆ, ਤੇ ਮੈਂ ਤੁਹਾਡੀ ਇਹ ਜਿਹੜੀਆਂ ਕੁਝ ਚੀਜ਼ਾਂ ਤੁਹਾਡੇ ਮੂੰਹੋਂ ਸੁਣਨੀਆਂ ਚਾਹਣਾ, ਔਰ ਮੈਂ ਵੀ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰਨਾ ਚਾਹਣਾ, ਵਾਚਣਾ ਚਾਹਣਾ ਕਿ ਤੁਹਾਡੀਆਂ ਰਚਨਾਵਾਂ ਕੀ। ਜਿਵੇਂ ਮੈਂ ਕਿਹਾ ਸੀ, ਹੁਣੇ ਸੁਰਜੀਤ ਜੀ ਵੀ ਦੱਸ ਗਿਆ ਕਿ ਮੇਰਾ ਇੱਕ ਛੋਟਾ ਜਿਹਾ 2 ਲਾਈਨਾਂ ਦਾ ਜਿਹੜਾ ਹੁਣ ਕਈ ਵਾਰੀ ਕੋਈ ਪੋਇਟਰੀ ਸ਼ੁਰੂ ਕਰ, ਕੋਈ ਲੇਖ ਆਪਣਾ ਸਪੀਚ ਸ਼ੁਰੂ ਕਰਤਾ ਵੀ ਬੋਲਦੇ ਨੇ, ਮੈਂ ਤੁਰਾਂ ਤਾਂ ਕਾਫਲਾ ਵੀ ਤੁਰਦਾ ਬਣੇ, ਮੈਂ ਤੁਰਾਂ ਤੇ ਕਾਫਲਾ ਵੀ ਤੁਰਦਾ ਬਣੇ।
ਨਹੀਂ ਤਾਂ ਠਹਿਰ ਜਾਊ, ਸੌਰੀ ਮੈਂ ਭੁੱਲ ਗਈ ਸੀ, ਮੈਂ ਤੁਰਾਂ ਤੇ ਕਾਫਲਾ ਵੀ ਤੁਰਦਾ ਬਣੇ, ਜੇ ਰੁਕ ਗਈ ਤੇ ਠਹਿਰ ਜਾਊ ਸਿਲਸਿਲਾ, ਜਾਓ ਤੂਫਾਨਾਂ ਨੂੰ ਕਹਿ ਦਿਓ ਅਜਮਾਉਣ ਲਈ, ਜਾਓ ਤੂਫਾਨਾਂ ਨੂੰ ਕਹਿ ਦਿਓ ਅਜਮਾਉਣ ਲਈ, ਮੇਰੇ ਨਾਲ ਤੁਰੇਗਾ ਮੇਰਾ ਹੌਸਲਾ। ਤੇ ਇਹ ਔਰਤ ਅੱਜ ਹੌਸਲੇ ਵਾਲੀ ਹੈ। ਮੇਰੀਆਂ ਸਾਰੀਆਂ ਹੀ ਰਚਨਾਵਾਂ ਜਿਹੜੀਆਂ ਨੇ ਔਰਤ ਨੂੰ ਉੱਚਾ ਚੁੱਕਦਿਆਂ ਹੋਇਆਂ ਉਹਦੀ ਤਾਕਤ ਨੂੰ ਹੀ ਦਰਸਾ ਰਹੀਆਂ ਵੀ ਕਮਜ਼ੋਰ ਨਹੀਂ। ਸਗੋਂ ਮੈਨੂੰ ਤੇ ਜਦੋਂ ਸ਼ਰਮ ਆਉਣ ਲੱਗ ਪੈਂਦੀ, ਸਭਾ 'ਚ ਬੈਠੇ ਹੁੰਦੇ ਆ, ਜਦੋਂ ਕੋਈ ਔਰਤ ਕਹਿੰਦੀ ਰੋਣ ਵਾਲੀ ਗੱਲ ਕਰਦੀ ਹੈ, ਉਹ ਕਹਿੰਦੀ ਮੈਂ ਕਮਜ਼ੋਰ ਆ, ਤੇ ਮੈਂ ਫਟਾਫਟ ਜਾ ਕੇ ਥਾਪੜਦੀ ਆ ਵੀ ਤੂੰ ਕਮਜ਼ੋਰ ਨਹੀਂ ਹੈਗੀ, ਤੂੰ ਕੀ ਨਹੀਂ ਕਰ ਸਕਦੀ। ਔਰ ਔਰਤਾਂ ਸਭ ਕੁਝ ਕਰ ਸਕਦੀਆਂ ਨੇ। ਤੇ ਇੱਕ ਛੋਟੀ 2 ਲਾਈਨਾਂ ਮੈਂ ਹੋਰ ਕਹਿ ਦਿੰਦੀ, ਮੇਰੀ ਕਵਿਤਾ ਮੈਂ ਵੇਲ ਹਾਂ, ਜਿਹੜੀ ਮੇਰੀ ਪਹਿਲੀ ਕਿਤਾਬ ਆਈ ਸੀ 2013 ਚ, ਉਹ 'ਚ ਵੀ ਮੈਂ ਹੀ ਲਿਖਿਆ, ਮੈਂ ਵੇਲ ਹਾਂ ਲਿਪਟੀਆਂ ਤੇਰੇ ਆਸਰੇ ਪਰ ਕਮਜ਼ੋਰ ਨਹੀਂ ਹਾਂ, ਮੈਂ ਵੇਲ ਹਾਂ ਲਿਪਟੀਆਂ ਤੇਰੇ ਆਸਰੇ ਪਰ ਕਮਜ਼ੋਰ ਨਹੀਂ ਹਾਂ, ਇਹ ਤਾਂ ਮੇਰੀ ਫਿਤਰਤ ਹੈ ਤੈਨੂੰ ਵਡਿਆਉਣ ਦੀ, ਤੈਨੂੰ ਉਚਿਆਉਣ ਦੀ, ਤੂੰ ਮੈਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰ। ਬਹੁਤ ਅੱਛਾ। ਇਹ ਘਰ ਵੀ ਮੇਰੇ ਸਦਕੇ, ਇਹ ਜੱਗ ਵੀ ਮੇਰੇ ਸਦਕੇ, ਇਹ ਘਰ ਵੀ ਮੇਰੇ ਸਦਕੇ, ਇਹ ਜੱਗ ਵੀ ਮੇਰੇ ਸਦਕੇ, ਮੈਂ ਤਾਂ ਤੇਰੀ ਚੰਮ ਦੀ ਗੁੱਡੀ ਨਹੀਂ, ਮੈਂ ਤਾਂ ਤੇਰੀ ਅੰਨਪੂਰਨਾ ਹਾਂ। ਬਹੁਤ ਅੱਛਾ। ਜੋ ਤੇਰੀ ਗ੍ਰਸਤ ਦੀ ਰੱਥ ਨੂੰ ਵੀ ਰੇੜਦੀ ਹੈ ਤੇ ਲੋੜ ਪੈਣ ਤੇ ਗ੍ਰਸਤ ਦੀ ਚੱਕੀ ਦਾ ਹੇਠ ਲੱਪੜ ਵੀ ਬਣ ਜਾਂਦੀ। ਬਹੁਤ ਅੱਛਾ, ਕੀ ਖੂਬਸੂਰਤ। ਤਾਂ ਮੈਂ ਵੀ ਔਰ ਮੇਰੀਆਂ ਹੋਰ ਭੈਣਾਂ ਨੇ ਵੀ ਇਹੋ ਜਿਹੀਆਂ ਨੇ ਜਿਹੜੀਆਂ ਅੱਜ ਕੱਲ ਉੱਚੀ ਕਵਿਤਾ ਲਿਖ ਰਹੀਆਂ ਨੇ, ਮਤਲਬ ਉੱਚੀ ਤੋਂ ਔਰਤ ਦੇ ਮਨ ਨੂੰ ਚੱਕਣ ਵਾਲੀ, ਔਰਤ ਨੂੰ ਇੱਕ ਕਮਜ਼ੋਰ ਨਹੀਂ ਤਾਕਤਵਰ ਦੱਸਣ ਵਾਲੀ। ਪਰ ਇਨਸਾਨ ਆ, ਇਨਸਾਨ ਹਰ ਤਰ੍ਹਾਂ ਦੇ ਹੁੰਦੇ ਨੇ। ਮੇਰਾ ਭਾਵ ਹੈ ਜਿਹੜਾ ਉਹ ਤੁਸੀਂ ਆਪਣੇ ਆਪ ਹੀ ਉਹ ਵਿਅਕਤ ਕਰਤਾ ਔਰ ਕਲੀਅਰ ਕਰਤਾ ਕਿ ਔਰਤ ਅੱਜ ਕੱਲ ਅਬਲਾ ਨਹੀਂ ਰਹੀ, ਪਰ ਬਲਾ ਵੀ ਨਹੀਂ ਹੈ। ਸਿਰਫ ਇਹ ਹੈ ਕਿ ਉਹਦੇ ਅੰਦਰ ਸਸ਼ਕਤੀਕਰਨ ਆ ਗਿਆ, ਬਸ ਉਹਨੂੰ ਸਤਿਕਾਰ ਕਰਨ ਦੀ ਲੋੜ ਹੈ। ਅਸੀਂ ਉਹ ਤੁਹਾਡੇ ਬਰਾਬਰ ਖੜੀ, ਇਨਸਾਨ ਹੈ, ਇਨਸਾਨ 'ਚ ਖਾਮੀਆਂ ਹੁੰਦੀਆਂ, ਜਿਵੇਂ ਬੰਦਿਆਂ 'ਚ ਵੀ ਕੋਈ ਗੁਣ ਹੁੰਦੇ, ਕੋਈ ਕਮੀਆਂ ਹੁੰਦੀਆਂ, ਐਵੇਂ ਔਰਤਾਂ ਵੀ ਇਨਸਾਨ ਨੇ, ਉਹਨਾਂ 'ਚ ਵੀ ਗੁਣ ਤੇ ਕਮੀਆਂ ਹੁੰਦੀਆਂ, ਉਹਨੂੰ ਬਰਾਬਰ ਦੀ ਧਿਰ ਸਤਿਕਾਰ ਕਰਦੇ। ਬਹੁਤ ਬਹੁਤ ਸ਼ੁਕਰੀਆ। ਔਰ ਮੈਡਮ ਤੁਹਾਡੀ ਜਿਹੜੀਆਂ ਰਚਨਾਵਾਂ ਨੇ, ਤੁਹਾਡੇ ਕਿਤਾਬਾਂ ਬਾਰੇ ਕਿਸੇ ਆਉਣ ਵਾਲੇ ਹੋਰ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਅੱਜ ਦੀ ਜਿਹੜੀ ਬੇਸ਼ੱਕ ਤੁਹਾਡੀ ਸਹਿਮਤੀ ਜਾਂ ਅਸਹਿਮਤੀ ਜਾਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ, ਲੇਕਿਨ ਜਦੋਂ ਅਸੀਂ ਕਿਸੇ ਨੈਗੇਟਿਵ ਜਾਂ ਪੋਜ਼ਿਟਿਵ ਤਰੀਕੇ ਦੇ ਨਾਲ ਕਿਸੇ ਚੀਜ਼ ਦੀ ਆਲੋਚਨਾ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਤਾਂ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਉਹ ਦਰਸ਼ਕ ਆਪ ਅੰਦਾਜ਼ਾ ਲਾ ਸਕਦੇ। ਬਿਲਕੁਲ ਸਹੀ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਾਂ ਨੋਕ ਝੋਂਕ ਦੇ ਨਾਲ ਹੀ ਵਿਚਾਰ ਚਰਚਾ ਕਰਾਂਗੇ। ਮੈਨੂੰ ਬਹੁਤ ਚੰਗਾ ਲੱਗਿਆ, ਤੁਸੀਂ ਆਪਣਾ ਪੱਖ ਰੱਖਿਆ, ਮੈਂ ਆਪਣਾ ਪੱਖ ਰੱਖਿਆ, ਜ਼ਿਆਦਾ ਮਜ਼ਾ ਆਇਆ। ਬਹੁਤ ਸ਼ੁਕਰੀਆ ਤੁਹਾਡਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਸੱਦਾ ਪੱਤਰ ਜੀ ਜ਼ਰੂਰ ਜੀ। ਸੋ ਦਰਸ਼ਕੋ ਤੁਹਾਡਾ ਵੀ ਸ਼ੁਕਰੀਆ। ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਨੂੰ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ, ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਤੁਹਾਡੀ ਰੂਬਰੂ ਕਰਦੇ ਹਾਂ। ਅੱਜ ਅਸੀਂ ਇੱਕ ਥੋੜਾ ਜਿਹਾ ਇੱਕ ਡਿਬੇਟ ਤੌਰ ਤੇ ਜਿਹੜਾ ਅੱਜ ਅਸੀਂ ਇੱਕ ਵਿਸ਼ਾ ਲੈ ਕੇ ਆਏ ਸੀ, ਉਹਦੇ ਵਿੱਚੋਂ ਮੇਰਾ ਪੱਖ ਮਰਦਾਂ ਦਾ ਸੀ ਤੇ ਉਧਰ ਮੈਡਮ ਦਾ ਪੱਖ ਔਰਤਾਂ ਦਾ ਸੀ, ਉਹਦੇ ਉੱਪਰ ਚਰਚਾ ਕੀਤੀ ਹੈ। ਪਰ ਇਹ ਨਾ ਸਮਝ ਲੈਣਾ ਕਿ ਮੈਂ ਔਰਤਾਂ ਦੇ ਖਿਲਾਫ ਹਾਂ, ਮਾਫ ਕਰਨਾ ਜੇ ਕੋਈ ਗਲਤ ਲੱਗੀ ਹੋਵੇ, ਉਹਦੇ ਲਈ ਤੁਸੀਂ ਮੈਨੂੰ ਮਾਫ ਕਰੋਗੇ ਔਰ ਖਿਮਾ ਦਾ ਜਾਚਕ ਹੈ। ਔਰ ਇਸ ਤਰ੍ਹਾਂ ਦਾ ਰੂਪ ਅਸੀਂ ਡਿਬੇਟ ਦੇ ਰੂਪ ਦੇ ਵਿੱਚ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਵਾਂਗੇ। ਇੱਕ ਤੁਹਾਡੀਆਂ ਕਾਲਸ ਹੋਰ ਵੀ ਆ ਰਹੀਆਂ, ਮਾਫ ਕਰਨਾ ਮੈਂ ਕਾਲ ਨਹੀਂ ਲੈ ਰਿਹਾ ਕਿਉਂਕਿ ਸਮਾਂ ਬੜਾ ਅੱਗੇ ਲੰਘ ਚੁੱਕਿਆ। ਆਉਣ ਵਾਲੇ ਦਿਨਾਂ 'ਚ ਫਿਰ ਚਰਚਾ ਕਰਾਂਗੇ। ਪ੍ਰੋਗਰਾਮ ਦੇਖਣ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ। ਸ਼ਬਕ ਬਹੁਤ ਬਹੁਤ ਪਿਆਰ, ਸਤਿ ਸ੍ਰੀ ਅਕਾਲ।